ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅਨਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਬੀਤੇ ਦਿਨੀ ਪੰਜਾਬ ਦੇ ਵਿੱਚ ਅਨੇਕਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿਹਨੇ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਝੰਜੋੜ ਕੇ ਰੱਖ ਦਿੱਤਾ। ਫਿਰ ਚਾਹੇ ਉਹ ਗੱਲ ਹੋਵੇ ਲਵਪ੍ਰੀਤ ਸਿੰਘ ਲਾਡੀ ਧਨੌਲਾ ਦੇ ਸੁਸਾਈਡ ਦੀ, ਜਾਂ ਫਿਰ ਗੱਲ ਹੋਵੇ ਲਵਪ੍ਰੀਤ ਸਿੰਘ ਲਵੀ ਜੋ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਧੰਨੋ ਦਾ ਨੌਜਵਾਨ ਸੀ, ਉਸ ਦੇ ਵੱਲੋਂ ਕੀਤੀ ਗਈ ਆਤਮ ਹੱਤਿਆ ਦੀ, ਅਤੇ ਜਾਂ ਫਿਰ ਗੱਲ ਹੋਵੇ ਯੂਪੀ ਦੇ ਵਿੱਚ ਹਰਚਰਨ ਸਿੰਘ ਮਰਡਰ ਕੇਸ ਦੀ। ਅਜਿਹੀਆਂ ਇਹ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਮੌਤਾਂ ਨੇ ਪੂਰੇ ਪੰਜਾਬ ਦੇ ਨਾਲ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਅਤੇ ਦੋਸਤੋ, ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਇੱਕ ਜੋ ਚੀਜ਼ ਕਾਮਨ ਹੈ, ਜੋ ਆਪਸ ਦੇ ਵਿੱਚ ਮੇਲ ਖਾਂਦੀ ਹੈ, ਉਹ ਇਹ ਹੈ ਕਿ ਉਹਨਾਂ ਨੌਜਵਾਨਾਂ ਦਾ ਬਿਨਾਂ ਆਪਣੀ ਜ਼ਿੰਦਗੀ ਭੋਗੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਜਹਾਨ ਤੋਂ ਚਲੇ ਜਾਣਾ, ਜਿਨ੍ਹਾਂ ਨੇ ਕਿ ਹਾਲੇ ਆਪਣੀ ਜ਼ਿੰਦਗੀ ਵੀ ਨਹੀਂ ਦੇਖੀ ਸੀ। ਅਤੇ ਫਿਰ ਉਹਨਾਂ ਦੀ ਮੌਤ ਦੇ ਪਿੱਛੇ ਦਾ ਕਾਰਨ ਵੀ ਉਹ ਆਪ ਨਹੀਂ ਸੀ, ਜਾਂ ਫਿਰ ਉਹਨਾਂ ਦਾ ਕੋਈ ਅਜਿਹਾ ਕਾਰਜ ਨਹੀਂ ਸੀ ਜਿਸ ਦੇ ਕਰਕੇ ਉਹਨਾਂ ਨੇ ਮੌਤ ਨੂੰ ਗਲੇ ਲਗਾਇਆ, ਬਲਕਿ ਉਹਨਾਂ ਦੀ ਮੌਤ ਦੇ ਲਈ ਜ਼ਿਆਦਾਤਰ ਜ਼ਿੰਮੇਵਾਰ ਸੀ ਉਹਨਾਂ ਦਾ ਜੀਵਨ ਸਾਥੀ ਜਾਂ ਫਿਰ ਉਹਨਾਂ ਦੀ ਪ੍ਰੇਮਿਕਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੋ ਹਰਚਰਨ ਸਿੰਘ ਮਰਡਰ ਕੇਸ ਹੋਇਆ ਸੀ, ਉਸ ਦੇ ਵਿੱਚ ਉਹਨਾਂ ਦੀ ਪ੍ਰੇਮਿਕਾ ਦੇ ਕਰਕੇ ਉਹਨਾਂ ਦੀ ਮੌਤ ਹੋਈ, ਅਤੇ ਉਸ ਤੋਂ ਵਿੱਚ ਲਵਪ੍ਰੀਤ ਸਿੰਘ ਲਾਡੀ ਧਨੌਲਾ ਅਤੇ ਲਵਪ੍ਰੀਤ ਸਿੰਘ ਲਵੀ ਮਲੇਰਕੋਟਲਾ ਉਹਨਾਂ ਦੀ ਜੀਵਨ ਸਾਥੀ, ਉਹਨਾਂ ਦੀ ਪਤਨੀ ਦੇ ਕਰਕੇ ਉਹਨਾਂ ਦੀ ਮੌਤ ਹੋਈ। ਅਤੇ ਦੋਸਤੋ, ਅਜਿਹੀ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜੋ ਕਿ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਵੱਲੋਂ ਸੁਸਾਈਡ ਕੀਤਾ ਗਿਆ ਹੈ। ਸੁਸਾਈਡ ਵੀ ਕੀਤਾ ਗਿਆ ਆਪਣੀ ਪਤਨੀ ਦੇ ਕਰਕੇ। ਕੀ ਕਾਰਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੇਰੇ ਨਾਲ ਇਸ ਵੇਲੇ ਉਸ ਨੌਜਵਾਨ ਦੇ ਪਿਤਾ ਜੀ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਭੈਣ ਅਤੇ ਉਹਨਾਂ ਦੇ ਜੀਜਾ ਜੀ ਮੌਜੂਦ ਨੇ। ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਦੋਸਤੋ ਦੱਸ ਦਈਏ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਗੁਨਾਹ ਹੁੰਦਾ ਹੈ ਜਾਂ ਫਿਰ ਕਿਸੇ ਦੇ ਨਾਲ ਕੋਈ ਧੱਕਾ ਹੁੰਦਾ ਹੈ, ਤਾਂ ਸਭ ਤੋਂ ਜੋ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਨਾਮ ਆਉਂਦਾ ਹੈ ਉਹ ਇੱਕ ਵਕੀਲ ਸਾਹਿਬ ਦਾ ਹੁੰਦਾ ਹੈ, ਕਿਉਂਕਿ ਵਕੀਲ ਸਾਹਿਬ ਹੀ ਇੱਕ ਅਜਿਹਾ ਕਰੈਕਟਰ ਹੈ ਜੋ ਕਿ ਹਰ ਇੱਕ ਇਨਸਾਨ ਨੂੰ ਅਦਾਲਤ ਦੇ ਵਿੱਚ ਉਸ ਦੀ ਪੈਰਵਾਈ ਕਰਕੇ ਉਸ ਦਾ ਪੱਖ ਰੱਖ ਕੇ ਇਨਸਾਫ ਲੈ ਕੇ ਦਿੰਦਾ ਹੈ। ਪਰ ਦੋਸਤੋ, ਇਸ ਕੇਸ ਦੇ ਵਿੱਚ ਇੱਕ ਵਕੀਲ ਪੇਸ਼ੇ ਨੂੰ ਵੀ ਦਾਗਦਾਰ ਕੀਤਾ ਗਿਆ ਇੱਕ ਔਰਤ ਵੱਲੋਂ। ਇੱਕ ਨਹੀਂ ਕਹਿ ਸਕਦੇ, ਉਸਨੇ ਕਈ ਅਜਿਹੇ ਰਿਸ਼ਤਿਆਂ ਨੂੰ ਵੀ ਦਾਗਦਾਰ ਕੀਤਾ, ਜਿੱਥੇ ਇੱਕ ਪਤਨੀ ਦੇ ਰਿਸ਼ਤੇ ਨੂੰ ਦਾਗਦਾਰ ਕੀਤਾ, ਇੱਕ ਔਰਤ ਦੇ ਰਿਸ਼ਤੇ ਨੂੰ ਦਾਗਦਾਰ ਕੀਤਾ, ਉੱਥੇ ਇੱਕ ਵਕੀਲ ਦੇ ਜੋ ਕਿ ਇੱਕ ਮਾਣਯੋਗ ਪੇਸ਼ਾ ਹੈ ਉਸ ਨੂੰ ਵੀ ਦਾਗਦਾਰ ਕੀਤਾ, ਕਿਉਂਕਿ ਉਸ ਨੌਜਵਾਨ ਜਤਿੰਦਰ ਸਿੰਘ ਦੀ ਪਤਨੀ ਜੋ ਕਿ ਵਕਾਲਤਕਾਰੀ ਸੀ, ਉਸ ਦੇ ਕਰਕੇ ਉਸ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਵੱਲੋਂ ਸੁਸਾਈਡ ਕੀਤਾ ਜਾਂਦਾ ਹੈ, ਆਪਣੀ ਜੀਵਨ ਲੀਲਾ ਖਤਮ ਕੀਤੀ ਜਾਂਦੀ ਹੈ। ਦੋਸਤੋ, ਇੱਥੇ ਆਪਾਂ ਸੋਚ ਕੇ ਦੇਖ ਸਕਦੇ ਹਾਂ ਕਿ ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਖਤਮ ਕਰਨ ਵਾਸਤੇ ਸੋਚਦਾ ਤਾਂ ਉਸ ਦੇ ਦਿਮਾਗ 'ਤੇ ਕਿੰਨਾ ਵੱਡਾ ਕੋਈ ਬੋਝ ਹੋਵੇਗਾ, ਕਿੰਨੀ ਵੱਡੀ ਕੋਈ ਟੈਨਸ਼ਨ ਹੋਵੇਗੀ, ਕਿੰਨੀ ਗਤੀਵਿਧੀਆਂ ਉਸ ਦੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਜਿਸ ਦੇ ਕਰਕੇ ਉਸ ਨੂੰ ਅਜਿਹਾ ਸਟੈਪ ਲੈਣਾ ਪਿਆ। ਸੋ ਸਾਰੀ ਗੱਲਬਾਤ ਜਾਣਦੇ ਹਾਂ, ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਮਾਤਾ ਜੀ ਹੋ ਜਤਿੰਦਰ ਸਿੰਘ ਦੇ, ਕੀ ਪੂਰੀ ਗੱਲਬਾਤ ਸੀ? ਇੱਕ ਵਾਰ ਸਾਰੀ ਗੱਲਬਾਤ ਸ਼ੁਰੂ ਤੋਂ ਦੱਸ ਦਿਓ। ਜਤਿੰਦਰ ਸਿੰਘ ਦਾ ਵਿਆਹ ਹੁੰਦਾ, ਉਸ ਤੋਂ ਬਾਅਦ ਹਾਂਜੀ, ਵਿਆਹ ਤੋਂ 6 ਮਹੀਨੇ ਬਾਅਦ ਹੀ ਉਹ ਬਹੁਤ ਕਲੇਸ਼ ਕਰਨ ਲੱਗ ਗਈ ਸੀ ਤੇ ਲੜਨ ਲੱਗ ਗਈ ਸੀ। ਕਿਸ ਗੱਲ ਨੂੰ ਲੈ ਕੇ ਕਲੇਸ਼ ਹੁੰਦਾ ਸੀ? ਵੈਸੇ ਹੀ ਕੋਈ ਵੀ ਗੱਲ ਨਹੀਂ ਸੀ ਘਰ 'ਚ ਹੁੰਦੀ, ਸਾਰੀ ਗੱਲ ਉਹਦੀ ਮੰਨਦੇ ਸੀਗੇ। ਬਸ ਕੋਈ ਵੀ ਮਾੜੀ ਮੋਟੀ ਗੱਲ ਤੋਂ ਵੀ ਉਹਨੇ ਫਿਰ ਕੰਧਾਂ 'ਚ ਸਿਰ ਮਾਰ ਲੈਣੇ, ਵਾਲ ਖੋਲ ਲੈਣੇ, ਬਸ ਇਸ ਤਰ੍ਹਾਂ ਹੀ ਕਰੀ ਜਾਣਾ ਉਹਨੇ। ਜਤਿੰਦਰ ਦਾ ਬਿਲਕੁਲ ਹੀ ਨਹੀਂ ਸੀ ਉਹਦੇ ਮੂਹਰੇ ਬੋਲਦਾ। ਬਾਕੀ ਜਦੋਂ ਵੀ ਉਹਦੇ ਮਾਂ ਪਿਓ ਨੇ ਆਉਣਾ, ਉਹਨਾਂ ਨੇ ਕੋਈ ਮਾੜੀ ਜਿਹੀ ਗੱਲ ਵੀ ਹੋਣੀ ਤੇ ਮਾਂ ਪਿਓ ਨੇ ਨਾਨਕਿਆਂ ਦੇ ਘਰੋਂ ਹੀ ਲੈ ਜਾਣੀ। ਮੁੰਡੇ ਨੂੰ ਵੀ ਨਹੀਂ ਸੀ ਪੁੱਛਦੇ, ਸਾਨੂੰ ਵੀ ਨਹੀਂ ਸੀ ਪੁੱਛਦੇ। ਇਸ ਤਰ੍ਹਾਂ ਹੀ ਹੁੰਦੇ ਫਿਰ ਵੀ 2-4 ਮਹੀਨੇ ਪੇਕਿਆਂ ਤੋਂ ਅਸੀਂ ਲੈ ਕੇ ਆਉਣੀ। ਜਤਿੰਦਰ ਨੇ ਆਪਦੇ ਸਹੁਰੇ ਦੇ ਪੈਰੀਂ ਹੱਥ ਲਾ ਕੇ ਵੀ ਤੱਕ ਵੀ ਲੈ ਕੇ ਆਉਣੀ, ਪੈਰੀਂ ਹੱਥ ਵੀ ਲਾਏ ਸਹੁਰੇ ਦੇ। ਅਸੀਂ ਮਿੰਨਤਾਂ ਕੀਤੀਆਂ, ਕੁੜੀ ਨੂੰ ਵੀ ਅਸੀਂ ਨਾਲ ਲੈ ਕੇ ਗਏ ਹਾਂ, ਫਿਰ ਅਸੀਂ ਲੈ ਕੇ ਆਉਂਦੇ ਰਹੇ ਹਾਂ। ਬਸ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ ਥੋੜ੍ਹਾ ਜਿਹਾ ਚਿਰ। ਮੁੜ ਕੇ ਉਹਨੇ ਇਹੋ ਜਿਹਾ ਪਤਾ ਨਹੀਂ ਕੀ ਖਰਚੇ ਉਹਨਾਂ ਦੇ ਸੀਗੇ, ਵਕਾਲਤ ਵੀ ਇੱਥੇ ਆ ਕੇ ਕੀਤੀ ਆ, ਸਾਰਾ ਕੁਛ ਕੰਮ ਵੀ ਸਾਰਾ ਮੈਂ ਕਹਿੰਦੀ ਬਿਲਕੁਲ ਨਹੀਂ ਸੀ ਕਰਦੀ। ਉੱਥੋਂ ਲੈ ਗਏ, ਸਾਡਾ ਮਕਾਨ ਵੀ ਵਿਕਾਤਾ, ਕਹਿੰਦੇ ਵੀ ਇੱਧਰੋਂ ਜਲੰਧਰ ਵੱਲ ਨੂੰ ਲੈਣਾ ਆਪਾਂ। ਕਿਹੜੀ ਜਗ੍ਹਾ ਰਹਿੰਦੇ ਸੀ ਪਹਿਲਾਂ? ਅਸੀਂ ਜੱਸੀਆਂ ਰੋਡ 'ਤੇ ਰਹਿੰਦੇ ਸੀਗੇ। ਅੱਛਾ ਜੀ। ਹਾਂਜੀ, ਫਰੈਂਡਸ ਕਲੋਨੀ, ਜੱਸੀਆਂ ਰੋਡ, ਲੁਧਿਆਣਾ, ਉੱਥੇ ਰਹਿੰਦੇ ਸੀ। ਉੱਥੋਂ ਮਕਾਨ ਵੇਚ ਕੇ ਵੀ ਅਸੀਂ ਇੱਥੇ ਬਣਾਉਣ ਲੱਗ ਗਏ। ਇੱਥੇ ਆ ਕੇ ਉਹਨੂੰ ਅਸੀਂ ਉੱਧਰ ਕਿਰਾਏ 'ਤੇ ਰਹਿੰਦੇ ਸੀਗੇ, ਆ ਕੇ ਵੀ ਆਹ ਮਕਾਨ ਬਣਦਾ ਸੀ। ਉੱਥੇ ਉਹਨੂੰ ਲਾਇਸੈਂਸ ਮਿਲਿਆ ਆ ਕੇ ਵਕੀਲ ਦਾ। 3 ਸਾਲ ਸਮਝ ਲਓ ਉਹਨੇ ਇੱਥੇ ਆ ਕੇ ਕੋਰਸ ਕੀਤਾ, ਵੱਧ ਤੋਂ ਵੱਧ 4 ਮਹੀਨੇ ਸੀ ਪੇਕਿੰਗ ਕੋਰਸ ਕੀਤਾ ਸੀ। ਇੱਥੇ ਕੋਰਸ ਕਰਦੀ ਸੀ। ਇੱਥੇ ਆ ਕੇ ਫਿਰ ਉਹਨੇ ਉਹੀ ਕਲੇਸ਼ ਕਰਤਾ ਅਤੇ ਮੁੰਡੇ ਨੂੰ ਕਹਿੰਦੀ ਮੈਂ ਹੁਣ ਇੱਥੇ ਵੀ ਨਹੀਂ ਰਹਿਣਾ ਅਤੇ ਜਲੰਧਰ ਚੱਲ ਮੇਰੇ ਨਾਲ।
ਮਤਲਬ ਜਲੰਧਰ ਲਿਜਾਣ ਦਾ ਕੀ ਕਾਰਨ ਸੀ? ਜਲੰਧਰ ਕਹਿੰਦੀ ਮੈਂ ਤਾਂ ਉੱਥੇ ਹੀ ਰਹਿਣਾ, ਉੱਥੇ ਇੱਧਰ ਮੈਂ ਨਹੀਂ ਆਉਣਾ ਆਇਆ ਕਰਨਾ। ਮਤਲਬ ਉਹਦੇ ਪੇਕੇ ਸੀ, ਕੀ ਸੀ ਨਹੀਂ ਪੇਕੇ ਕਹਿੰਦੀ ਮੇਰੇ ਪਿਓ ਨੇ ਮਕਾਨ ਲੈਤਾ ਜਲੰਧਰ ਤੇ ਮੈਂ ਇਹਨਾਂ ਕੋਲੇ ਨਹੀਂ ਰਹਿਣਾਗਾ, ਵੀ ਇੱਥੇ ਵੀ ਮੇਰੇ ਪਸੰਦ ਨਹੀਂ ਮਕਾਨ। ਇੱਕ ਮਿੰਟ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ, ਉਹਦੇ ਪੇਕੇ ਕਿੱਥੇ ਸੀਗੇ? ਪੇਕੇ ਉਹਦੇ ਮਹਿਤੇ ਦੇ ਕੋਲੇ ਸੀਗੇ, ਕੋਟਲੀ ਪਿੰਡ ਕੋਟਲਾ। ਮਤਲਬ ਉਹ ਜਲੰਧਰ ਜਾਣ ਦੇ ਲਈ ਮਜਬੂਰ ਕਰਦੀ ਸੀ? ਹਾਂਜੀ, ਉਹ ਮਜਬੂਰ ਕਰਕੇ ਲੈ ਕੇ ਗਈ। ਅਸੀਂ ਉਹਨੂੰ ਬਹੁਤ ਸਮਝਾਇਆ, ਅਸੀਂ ਕਿਹਾ ਵੀ ਕੋਈ ਗੱਲ ਨਹੀਂ, ਜੇ ਚੱਲ ਸਾਡੇ ਨਾਲ ਵੀ ਰਹਿਣਾ ਅਸੀਂ ਤੈਨੂੰ ਮਕਾਨ ਵੀ ਦੇ ਦਿੰਨੇ ਆ, ਤੁਸੀਂ ਇੱਥੇ ਰਹਿ ਕੇ ਆਪਦਾ ਜਲੰਧਰ ਜਾਇਆ ਕਰ। ਕਹਿੰਦੀ ਮੇਰੇ ਪਿਓ ਨੇ ਮੈਨੂੰ ਮਕਾਨ ਲੈਤਾ ਜਲੰਧਰ ਵਿੱਚ ਤੇ ਮੈਂ ਤਾਂ ਉੱਥੇ ਹੀ ਰਹਿਣਾ, ਉੱਥੇ ਮੈਂ ਆਪਦਾ ਵਕੀਲ ਦੇ ਨਾਲ ਚੈਂਬਰ ਖਰੀਦਣਾ ਤੇ ਮੈਂ ਉੱਥੇ ਰਹਿਣਾ। ਮੁੰਡੇ ਨੂੰ ਵੀ ਨਾਲ ਲੈ ਗਈ, 1 ਸਾਲ ਉੱਥੇ ਰਹੀ ਆ। ਬੱਚੀ ਦਾ ਜਨਮ ਵੀ ਉੱਥੇ ਹੋਇਆ। ਸਾਨੂੰ ਉਹਨੇ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਫੋਨ ਨਹੀਂ ਕਰਨਾ ਕੋਈ ਵੀ, ਬਿਲਕੁਲ ਨਾ ਤੁਸੀਂ ਆਉਣਾ ਸਾਡੇ ਕੋਲੇ, ਫਿਰ ਮੇਰਾ ਘਰ ਵਸੂਗਾ, ਮੇਰੇ ਬੱਚਾ ਵੀ ਹੋ ਜਾਊਗਾ, ਮੈਂ ਉਹਦਾ ਵੀ ਤੁਹਾਨੂੰ ਮੂੰਹ ਨਹੀਂ ਵਿਖਾਉਣਾ। ਅਸੀਂ ਕਿਹਾ ਵੀ ਠੀਕ ਆ, ਚਲੋ ਤੁਸੀਂ ਘਰ ਤੁਹਾਡਾ ਵਸਣਾ ਚਾਹੀਦਾ, ਅਸੀਂ ਰਹਿ ਪਾਂਗੇ ਇਸੇ ਤਰ੍ਹਾਂ ਹੀ। ਉੱਥੇ ਹੀ ਬੱਚੀ ਹੋਈ ਆ। ਬੱਚੀ ਤੋਂ ਬਾਅਦ ਦੇ ਵਿੱਚ ਬੱਚੀ 4 ਮਹੀਨੇ ਦੀ ਹੋਈ ਆ ਤੇ ਇੱਥੇ ਆ ਗਈ ਮਿਲਣ। ਅੱਛਾ ਜੀ। ਇੱਥੇ ਆ ਕੇ ਮਿਲਣ, ਮੁੜ ਕੇ ਮਿਲ ਕੇ ਗਏ ਆ ਤਾਂ ਫਿਰ ਕਹਿੰਦੀ ਵੀ ਅਸੀਂ ਤਾਂ ਇੱਥੇ ਆਉਣਾ, ਮਕਾਨ ਬਣ ਗਿਆ ਸੀ ਜਦੋਂ, ਫਿਰ ਅਸੀਂ ਇੱਥੇ ਆਉਣਾ। ਮੈਂ ਸੋਚਿਆ, ਮੈਂ ਕਿਹਾ ਚਲੋ ਬੱਚੀ ਆ, ਅਸੀਂ ਬੱਚੀ ਨੂੰ ਘਰੇ ਰੱਖਿਆ ਕਰਾਂਗੇ, ਇਹ ਆਪਦਾ ਦੋਨੇ ਜੀ ਜਲੰਧਰ ਜਾਂਦੇ ਆ ਕੰਮ ਕਰਨਗੇ, ਚਲੋ ਫਿਰ ਵੀ ਠੀਕ, ਅਸੀਂ ਸਮਝੌਤਾ ਕਰ ਲਿਆ। ਇੱਥੇ ਆ ਕੇ 2 ਮਹੀਨੇ ਬਾਅਦ ਫਿਰ ਉਹੀ ਕਲੇਸ਼। ਅੱਛਾ ਜੀ। ਮਤਲਬ ਫਿਰ ਲੜਾਈ ਝਗੜਾ ਬਹੁਤ ਜ਼ਿਆਦਾ ਕਰਨ ਲੱਗ ਗਈ। ਉਸੇ ਤਰ੍ਹਾਂ ਹੀ ਲੜਾਈ ਝਗੜਾ ਕਰਦੀ ਰਹੀ। ਚਲੋ ਇੱਥੋਂ ਫਿਰ ਉਹਦੇ ਭਰਾ ਦਾ ਵਿਆਹ ਸੀ ਤੇ ਭਰਾ ਦੇ ਵਿਆਹ ਤੇ ਚਲੀ ਗਈ। ਅੱਛਾ ਜੀ। 13 ਦਸੰਬਰ ਦਾ ਵਿਆਹ ਸੀਗਾ, ਅਕਤੂਬਰ 'ਚ ਹੀ ਚਲੀ ਗਈ। ਲੰਘੀ 13 ਦਸੰਬਰ 2020 ਦੀ ਗੱਲ ਕਰ ਰਹੇ ਆਪਾਂ। ਉੱਥੇ ਚਲੀ ਗਈ। ਉਦੋਂ ਪਹਿਲਾਂ ਵੀ ਇੱਥੇ ਰਹੀ, ਕਹਿੰਦੀ ਮੈਂ ਜੱਜ ਦੇ ਪੇਪਰ ਦੇਣੇ, ਅਸੀਂ ਫਿਰ ਵੀ ਪੜ੍ਹਾਈ ਆ। ਜੱਜ ਦਾ ਪੇਪਰ ਦਿੱਤਾ, ਇਹ 5 ਨੰਬਰਾਂ ਤੇ ਖਨੀ ਪਤਾ ਨਹੀਂ ਰਹਿ ਗਈ ਸੀਗੀ। ਫਿਰ ਪੇਕੀ ਚਲੀ ਗਈ, ਇਹ ਨਹੀਂ ਉੱਥੋਂ ਵਾਪਸ ਆਈ। 1 ਸਾਲ ਬਾਅਦ ਇਹ ਆਈ ਹੈ ਤਾਂ ਇਹ ਆਪਦੀ ਭੂਆ ਦੇ ਘਰੇ ਆ ਗਈ ਆ। ਇਹਦੀ ਭੂਆ ਸਾਡੇ ਕੋਲੇ ਆਈ, ਇਹਦੇ ਮਾਮੇ ਦਾ ਮੁੰਡਾ ਸਾਡੇ ਕੋਲੇ ਆਇਆ। ਕਹਿੰਦੇ ਵੀ ਜਿਹੜੀਆਂ ਵੀ ਗੱਲਾਂ ਹੋਈਆਂ ਤੁਸੀਂ ਭੁਲਾ ਦਿਓ ਤੇ ਵੀ ਅਸੀਂ ਹੁਣ ਘਰੇ ਛੱਡ ਕੇ ਜਾਵਾਂਗੇ। ਅਸੀਂ ਫਿਰ ਵੀ ਭੁਲਾਤੀਆਂ। ਅਸੀਂ ਕਿਹਾ ਵੀ ਚੱਲ ਠੀਕ ਆ, ਤੁਸੀਂ ਛੱਡ ਜਾਓ। ਕਹਿੰਦੀ ਮੈਂ ਤਾਂ PG 'ਚ ਰਹਿਣਾ ਲੁਧਿਆਣੇ, ਮੈਂ ਜੱਜ ਦਾ ਕੋਰਸ ਕਰਨਾ। ਅਸੀਂ ਕਿਹਾ ਠੀਕ ਆ। ਬੱਚੀ ਇਹਨੇ ਭੇਜਤੀ ਆਪਦੀ, ਮੁੰਡੇ ਦੇ ਨਾਲ ਗੱਲਬਾਤ ਕੀਤੀ ਆ। ਮੁੰਡੇ ਦੇ ਅਗਲੇ ਦਿਨ ਇਹਨੇ ਆਪਦੀ ਬੱਚੀ ਭੇਜਤੀ ਸਾਡੇ ਕੋਲੇ। ਅਸੀਂ ਇਹ 10 ਮਹੀਨੇ 11 ਰੱਖੀ ਉਹ, ਇਹ ਸਾਡੇ ਕੋਲੇ ਨਹੀਂ ਆਈ। ਮੈਂ ਬਹੁਤ ਫੋਨ ਕੀਤੇ। ਬੱਚੀ ਦਾ ਜਨਮ ਦਿਨ ਸੀ 23 ਮਈ ਦਾ, ਮੈਂ ਉਦੋਂ ਵੀ ਫੋਨ ਕੀਤੇ। ਮੈਂ ਆਖਿਆ ਵੀ ਤੈਨੂੰ ਛੱਡ ਵੀ ਜਾਵਾਂਗੇ, ਲੈ ਜਾਵਾਂਗੇ, ਆ ਜਾ। ਇਹ ਨਹੀਂ ਆਈ। ਇਹਦਾ ਦਸੰਬਰ ਦਾ ਵਿਆਹ ਕਰਾਇਆ ਸੀਗਾ। ਜਿਹੜੇ ਮਹੀਨੇ ਇਹ ਸਾਡੇ ਕੋਲੇ ਬੱਚੀ ਭੇਜਦੀ, ਉਸੇ ਮਹੀਨੇ ਇਹਨੇ ਵਿਆਹ ਕਰਾ ਲਿਆ। ਮਤਲਬ ਜਿਹੜੇ ਦੂਜੇ ਵਿਆਹ ਬਾਰੇ ਗੱਲ ਸਾਹਮਣੇ ਆਉਂਦੀ ਹੈ। ਹਾਂਜੀ, ਇਹਨੇ ਦਸੰਬਰ ਦੇ ਵਿੱਚ ਵਿਆਹ ਕਰਾ ਲਿਆ। ਸਾਨੂੰ ਨਹੀਂ ਸੀ ਪਤਾ, ਸਾਡੇ ਨਾਲ ਗੱਲਾਂ ਬਾਤਾਂ ਕਰਦੀ ਰਹੀ ਆ। ਸਾਡੇ ਕੋਲੇ 4 ਮਹੀਨੇ ਬਾਅਦ 5 ਇਹਦੀਆਂ ਫੋਟੋ ਆ ਗਈਆਂ ਵੀ ਇਹਨੇ ਵਿਆਹ ਕਰਾ ਲਿਆ। ਅਸੀਂ ਉਹ ਵੀ ਫੋਟੋ ਨਹੀਂ ਲਾਈਆਂ। ਅਸੀਂ ਆਖਿਆ ਵੀ ਠੀਕ ਆ, ਜੇ ਇਹਨੇ ਆਪੇ ਤਲਾਕ ਦੇ ਕਾਗਜ਼ ਲਾਤੇ ਆ। ਜਲੰਧਰ ਦਾ ਵਕੀਲ ਆ ਕੋਈ ਉਹਦੇ ਕੋਲੇ। ਅੱਛਾ ਜੀ। ਉਦੋਂ ਪਹਿਲਾਂ ਵੀ ਇਹਨੇ ਕੇਸ ਲਾਇਆ ਸੀਗਾ ਉਹ ਦੂਸਰਿਆਂ ਕੋਲੇ। ਉੱਥੇ ਅਸੀਂ ਤਰੀਕਾ ਤੇ ਜਾਂਦੇ ਰਹੇ। ਉਦੋਂ ਬਾਅਦ ਇਹ ਇੱਥੇ ਭੂਆ ਕੋਲੇ ਆ ਗਈ ਆ ਤੇ ਇਹਨੇ ਕੇਸ ਜਲੰਧਰ ਲਾਤਾ ਵਕੀਲ ਤਲਾਕ ਦਾ। ਉਸ ਸਮੇਂ ਤੁਹਾਡਾ ਬੇਟਾ ਤੁਹਾਡੇ ਕੋਲ ਇੱਥੇ? ਹਾਂਜੀ, ਬੇਟਾ ਸਾਡੇ ਕੋਲੇ ਸੀਗਾ। ਗੱਲ ਫੋਨ ਕਰਦੀ ਸੀ, ਸਾਰਾ ਕੁਝ ਕਰਦੀ ਸੀ, ਪਰ ਆਉਣਾ ਇਹਨੇ ਬਸ ਇਹਨੂੰ ਪਤਾ ਸੀ ਵੀ ਮੇਰਾ 11 ਮਹੀਨੇ ਦਾ ਕੋਰਸ ਆ, ਮੈਂ ਬੱਚੀ ਛੱਡ ਦਿੰਨੀ ਆ ਇਹਨਾਂ ਕੋਲੇ। ਅਸੀਂ ਬੱਚੀ ਸਾਂਭੀ 11 ਮਹੀਨੇ। ਜਦੋਂ ਇਹਦਾ ਉਧਰੋਂ ਕੋਰਸ ਪੂਰਾ ਹੋ ਗਿਆ, ਇੱਥੇ ਇਹਨੇ ਕੋਰਸ ਲਾਤਾ, ਕੇਸ ਲਾਤਾ। ਵਕੀਲ ਨੂੰ ਛੁੱਟੀ ਸੀਗੀ, ਉਦਣ ਛੁੱਟੀ ਹੋ ਗਈ। ਇਹਨਾਂ ਨੇ ਫੋਨ ਕੀਤਾ ਬਈ ਅਸੀਂ ਮਿਲਣਾ ਹੈ ਰੋਡ ਦੇ ਉੱਤੇ। ਵਕੀਲ ਕਹਿੰਦਾ ਵੀ ਤੁਸੀਂ ਬੱਚੀ ਨੂੰ ਮਿਲਾ ਲਓ ਰੋਡ ਦੇ ਉੱਤੇ। ਮੈਂ ਜਤਿੰਦਰ ਸਿੰਘ ਨੂੰ ਬੋਲੀ ਵੀ, ਮੈਂ ਕਿਹਾ ਜਤਿੰਦਰ ਤੇਰੇ ਨਾਲ ਤੂੰ ਕਹਿੰਦਾ ਮੇਰੇ ਕੋਰਟ 'ਚ ਬਹੁਤ ਬੋਲੀ ਆ, ਮੇਰੇ ਨਾਲ ਉੱਥੇ ਵੀ ਲੜੀ ਆ ਤੇ ਆਪਾਂ ਨਾ ਮਿਲਾਈਏ। ਕਹਿੰਦਾ ਨਹੀਂ ਮੰਮੀ ਕੋਈ ਗੱਲ ਨਹੀਂ, ਆਪਾਂ ਗੱਲਬਾਤ ਕੀਤੀ, ਮਿਲਾਉਣੇ। ਇਹ ਰੋਡ ਤੇ ਮਿਲਾਉਣ ਗਿਆ ਬੱਚੀ ਨੂੰ। ਬੱਚੀ ਕਾਰ 'ਚੋਂ ਨਿਕਲ ਕੇ ਵੀ ਜਤਿੰਦਰ ਵੱਲ ਭੱਜ ਕੇ ਆਈ ਆ। ਇਹਨਾਂ ਨੇ ਫਿਰ ਫੜ ਕੇ ਕਾਰ 'ਚ ਕਰ ਲਈ। ਮੁੰਡਾ ਉੱਡੀ ਦੂਰ ਮੋਟਰਸਾਈਕਲ ਲੈ ਕੇ ਖੜੀ ਆ, ਇਹਨਾਂ ਨੇ ਕਾਰ ਭਜਾ ਕੇ ਲੈ ਗਏ। ਅੱਛਾ, ਉਹ ਬੇਟੀ ਨੂੰ ਨਾਲ? ਹਾਂਜੀ, ਬੇਟੀ ਨੂੰ ਕਾਰ 'ਚ ਭਜਾ ਕੇ ਲੈ ਗਏ, ਜੋ ਕਿ ਬੇਟੀ ਸਾਡੇ ਵਾਲੇ ਲਿਖੀ ਵੀ ਸੀ। ਜਲੰਧਰ ਦੇ ਵਿੱਚ ਕਾਗਜ਼ ਵੇਖ ਲਓ, ਸਾਰੇ ਕੋਰਟ 'ਚ ਜਿਹੜੇ ਕਾਗਜ਼ ਲੱਗੇ ਸੀਗੇ ਨਾ ਪਹਿਲਾਂ, ਉਹ 'ਚ ਸਾਡੇ ਕੋਲੇ ਲਿਖੀ ਵੀ ਸੀਗੀ। ਅਸੀਂ ਰੱਖਣੀ ਸੀ ਬੱਚੀ ਵੀ। ਅਦਾਲਤ ਦੇ ਵਿੱਚ ਸਮਝੌਤਾ ਹੋਇਆ ਸੀਗਾ, ਉਹਦੇ ਵਿੱਚ ਬੱਚੀ ਦੀ ਕਸਟਡੀ ਤੁਹਾਨੂੰ ਮਿਲੀ? ਹਾਂਜੀ, ਸਾਨੂੰ ਮਿਲੀ ਸੀ ਵੀ ਅਸੀਂ ਰੱਖਣੀ ਆ। ਉਧਰ ਜੱਜ ਛੁੱਟੀ ਤੇ ਸੀ ਉਸ ਦਿਨ ਤੇ ਇਹਨਾਂ ਨੂੰ ਮਿਲਾਉਣ ਲੈ ਕੇ ਗਏ ਤੇ ਇਹ ਬੱਚੀ ਲੈ ਕੇ ਭੱਜ ਗਏ। ਰਾਹ 'ਚ ਜਾ ਕੇ ਇਹਨੇ ਫੋਨ ਕੀਤਾ ਬਈ ਮੇਰਾ ਪੋਤੇ ਦਾ ਜਨਮ ਦਿਨ ਹੈ, ਅਸੀਂ 26-27 ਤਰੀਕ ਨੂੰ ਭੇਜ ਦਿਆਂਗੇ। ਸਾਸੇ ਦੀ ਨੇ ਫੋਨ ਕੀਤਾ। 1 ਮਹੀਨਾ ਰਿਕਾਰਡਾਂ ਪਈਆਂ ਸਾਰੀਆਂ ਫੋਨ 'ਚੋਂ ਕੱਢ ਲਿਓ। ਅਸੀਂ ਮਹੀਨਾ ਭਰ ਇਹਨਾਂ ਦੀਆਂ ਮਿੰਨਤਾਂ ਕਰਦਾ ਰਿਹਾ ਮੁੰਡਾ ਬਈ ਮਾਤਾ ਛੱਡ ਜਾਓ ਮੇਰੀ ਕੁੜੀ ਨੂੰ। ਇਹ ਨਹੀਂ ਛੱਡ ਕੇ ਗਏ। ਦੀਵਾਲੀ ਨੂੰ ਵੀ ਉਹਨੇ ਕਿਹਾ ਵੀ ਮੇਰੀ ਬੱਚੀ ਮੇਰੇ ਕੋਲੇ ਚਾਹੀਦੀ ਆ। ਕਹਿੰਦੀ ਪਲਾਟ ਹੈ ਜਿਹੜਾ
ਇਹਨੇ ਦਬਾਅ 'ਚ ਕਰਾਇਆ ਸੀ ਉਹਦੇ ਨਾਂ, ਕਹਿੰਦੀ ਮੈਂ ਤਾਂ ਕੁੜੀ ਦੇ ਨਾਂ ਕਰਾਉਣਾ। ਇਹਨੇ ਫਿਰ ਇੰਨੀ ਗੱਲ ਵੀ ਕਹੀ ਵੀ ਤੂੰ ਮਾਤਾ ਆਪਦਾ ਪਲਾਟ ਆਪਦੀ ਕੁੜੀ ਦੇ ਨਾਂ ਹੀ ਕਰਾ ਦੇ, ਮੇਰੀ ਕੁੜੀ ਮੇਰੇ ਕੋਲੇ ਛੱਡ ਦੇ, ਮੇਰੀ ਜਿੰਦ ਜਾਨ ਹੈ, ਮੇਰੀ ਬੱਚੀ, ਮੈਂ ਬੱਚੀ ਤੋਂ ਬਿਨਾਂ ਜੀ ਨਹੀਂ ਸਕਦਾ। ਇਹਨਾਂ ਨੇ ਬੱਚੀ ਨਹੀਂ ਛੱਡੀ। 12 ਨਵੰਬਰ ਦੀ ਤਰੀਕ ਸੀਗੀ ਉਹਦੀ ਜੱਜ ਦੇ ਕੋਲੇ, 12 ਨਵੰਬਰ ਨੂੰ ਇਹ ਬੱਚੀ ਨੂੰ ਨਾਲ ਨਹੀਂ ਲੈ ਕੇ ਆਏ। ਅੱਛਾ ਜੀ। ਉਹਨੂੰ ਪਤਾ ਲੱਗ ਗਿਆ, ਇਹਦੇ ਡੈਡੀ ਨੇ ਕਿਹਾ ਵੀ ਇਹ ਕਹਿੰਦੇ ਸੀ, ਪਿਓ ਉਹਦਾ ਕਹਿੰਦਾ ਸੀ ਮੈਂ ਬੱਚੀ ਸਿੱਟ ਦੂੰਗਾ, ਪਹਿਲਾਂ ਮੈਂ ਬੱਚੀ ਸਿੱਟ ਦੂੰ ਜਾਂ ਮਾਮੇ ਮਾਮੀ ਦੇ ਭਾਂਡੇ ਮੰਨ ਜੂਗੀ। ਅਸੀਂ ਤਾਂ ਲਈ ਹੋਈ ਸੀ ਕਿ ਨਾ, ਇਹ ਕਹਿੰਦੇ ਮੈਂ ਬੋਲੂ ਨਹੀਂ ਆਪਦੇ, ਪਤਾ ਨਹੀਂ ਕੀ ਉਹਨੂੰ ਦਬਾਅ ਸੀ, ਕੀ ਉਹਨੂੰ ਕੋਈ ਫੋਨ ਕਰਾ ਰਿਹਾ ਸੀਗਾ ਜਿਹਦੇ ਨਾਲ ਉਹ ਬਾਅਦ 'ਚ ਵਿਆਹੀ ਆ ਕੁੜੀ ਬਾਬਤ। ਇਹ ਵੀ ਸਾਨੂੰ ਹੁਣ ਪਤਾ ਲੱਗਾ, ਉਹ ਵੀ ਗੱਲਾਂ ਆ ਜਾਣਗੀਆਂ, ਅਸੀਂ ਦੱਸ ਦਿਆਂਗੇ ਜੇ ਉਹਦੇ ਫੋਨ 'ਚੋਂ ਵੀ ਨਿਕਲੀਆਂ, ਕਿਉਂ ਫੋਨ 'ਚ ਰਿਕਾਰਡ ਬਹੁਤ ਹੋਈਆਂ ਵੀਆਂ ਗੱਲਾਂ, ਉਹ ਹੁਣ ਪੁਲਿਸ ਕਢਾ ਲੂਗੀ। ਚਲੋ ਉੱਥੇ ਵੀ ਪਤਾ ਲੱਗ ਜੂ, ਅਸੀਂ ਝੂਠ ਨਹੀਂ ਬੋਲਦੇ, ਉਹ 'ਚ ਸਾਰੀਆਂ ਰਿਕਾਰਡਾਂ ਨਿਕਲ ਜਾਣਗੀਆਂ। ਬਸ ਉਦੋਂ ਇਹ ਬੱਚੀ ਨੂੰ ਲੈ ਗਏ ਆ, ਭੱਜ ਗਏ ਆ। ਉਦੋਂ ਮਹੀਨੇ ਬਾਅਦ ਕਿਹਾ 12 ਨਵੰਬਰ ਦੀ ਤਰੀਕ ਸੀ, 12 ਨਵੰਬਰ ਨੂੰ ਉਹਨੇ ਸਾਈਨ ਕਰਤੇ, ਪਤਾ ਨਹੀਂ ਕਿਹਦੇ ਦਬਾਅ 'ਚ ਕੀਤੇ ਆ, ਪਰ ਉਹ ਕਹਿੰਦਾ ਸੀ ਮੇਰੀ ਜਿੰਦ ਜਾਣਾ, ਮੈਂ ਇਹ ਤੋਂ ਬਿਨਾਂ ਬਚ ਨਹੀਂ ਸਕਦਾ। ਤੁਹਾਡੇ ਬੇਟੇ ਨੇ ਸਾਈਨ ਕਰਤੇ? ਕਿਸ ਬਾਰੇ ਸਾਈਨ ਕੀਤੇ? ਵੀ ਆਪਣੀ ਬੱਚੀ ਉਹਨੂੰ ਦੇਤੀ? ਹਾਂਜੀ, ਉਹ ਕਹਿੰਦੀ ਮੈਂ ਬੱਚੀ ਰੱਖਣੀ ਹੈ, ਮੈਂ ਦੇਣੀ ਨਹੀਂ। ਉਹਨੂੰ ਪਤਾ ਨਹੀਂ ਕੋਈ ਫੋਨ ਆਇਆ, ਉਹਨੇ ਆਪਦੇ ਡੈਡੀ ਨੂੰ ਵੀ ਨਹੀਂ ਬੋਲਣ ਦਿੱਤਾ ਉੱਥੇ ਬਿਲਕੁਲ ਵੀ, ਕਹਿੰਦਾ ਡੈਡੀ ਬੋਲਣਾ ਨੀਗਾ, ਸਾਈਨ ਕਰਦੇ। ਸਾਈਨ ਕਰਕੇ ਬਸ ਘਰੇ ਆ ਗਿਆ, ਰੋਂਦਾ ਹੀ ਘਰੇ ਫੇਰ ਆ ਗਿਆ। ਇੰਨਾ ਦਿਮਾਗ 'ਤੇ ਉਹਦਾ ਪ੍ਰੈਸ਼ਰ ਪਿਆ ਸੀ, ਉਹਨੇ ਕਹਿਣਾ ਮੰਮੀ ਮੈਂ ਇੱਥੋਂ ਮੋਟਰਸਾਈਕਲ 'ਤੇ ਤੁਰਦਾ, ਮੈਂ ਆਫਿਸ ਦੇ ਵਿੱਚ ਪਹੁੰਚ ਜਾਣਾ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਸ ਤਰ੍ਹਾਂ ਪਹੁੰਚ ਜਾਣਾ। ਬਸ ਸਟੇਟਸ ਵੀ ਪਾਉਣ ਲੱਗ ਗਿਆ, ਮੈਂ ਜ਼ਿੰਦਗੀ ਤੋਂ ਅੱਕ ਗਿਆ, ਮੈਂ ਜ਼ਿੰਦਗੀ ਤੋਂ ਅੱਕ ਗਿਆ, ਬਸ ਆਹੀ ਗੱਲਾਂ ਕਰਦਾ ਰਿਹਾ। ਦੇਖ ਲਓ 12 ਨਵੰਬਰ ਨੂੰ ਉਹਨੂੰ ਪੂਰਾ ਪਤਾ ਲੱਗ ਗਿਆ ਵੀ ਹੁਣ ਮੇਰੀ ਬੱਚੀ ਮਿਲਣੀ ਨਹੀਂ। ਮੈਨੂੰ ਇਹੀ ਕਹਿੰਦਾ ਰਿਹਾ ਮੰਮੀ ਉਹਨਾਂ ਨੇ ਮੇਰੀ ਕੁੜੀ ਸਾਂਭਣੀ ਨਹੀਂ ਗੀ, ਮੇਰੀ ਕੁੜੀ ਰੋਲ ਦੇਣੀ ਆ, ਮੰਮੀ ਮੇਰੀ ਕੁੜੀ ਸਾਂਭਣੀ ਨਹੀਂ, ਉਹਨਾਂ ਨੇ ਰੋਲ ਦੇਣੀ ਆ। ਮੈਂ ਉਹਨੂੰ ਬਹੁਤ ਸਮਝਾਇਆ ਬੱਚੇ ਨੂੰ, ਮੈਂ ਕਿਹਾ ਪੁੱਤ ਕੋਈ ਗੱਲ ਨਹੀਂ, ਜਾਂ ਮਾਂ ਦਾ ਪਿਆਰ ਮਿਲਣਾ ਜਾਂ ਪਿਓ ਦਾ ਮਿਲਣਾ, ਚਾਹੇ ਉਹਨੂੰ ਮਾਂ ਦਾ ਮਿਲ ਲੈਣ ਦੇ, ਕੋਈ ਗੱਲ ਨਹੀਂ ਗੀ। ਪਰ ਬੱਚੇ ਨੇ ਬਹੁਤ ਦਿਲ 'ਤੇ ਲਾਈ ਆ, ਉਹੀ ਬੱਚਾ ਮਨ ਦੇ ਵਿੱਚ ਕਰਕੇ ਉਹ ਸਾਈਡ ਕਰ ਗਿਆ ਬੱਚੀ ਦੇ ਦੁੱਖ। ਜਦੋਂ ਉਹਦਾ ਵਿਆਹ ਕਰਾਇਆ ਹੋਇਆ ਸੀ, ਅਸੀਂ ਵਿਆਹ ਦੀਆਂ ਫੋਟੋ ਲੈ, ਅਸੀਂ ਕਹਿੰਦੇ ਸੀ ਵੀ ਚਲੋ ਇਹ ਆਪਦਾ ਜੀ ਲੇਵੇ ਤੇ ਚੱਲ ਸਾਡਾ ਬੱਚਾ ਸਾਡੇ ਕੋਲੇ ਆ, ਸਾਡੀ ਕੁੜੀ ਸਾਡੇ ਕੋਲੇ ਆ। ਠੀਕ ਹੈ। ਬਸ ਉਹ ਕੁੜੀ ਦੀ ਖਾਤਰ ਹੀ ਜ਼ਿੰਦਗੀ ਰੋਲ ਗਿਆ। ਇੱਕ ਬਾਪ ਦੇ ਲਈ ਮਤਲਬ ਕਹਿੰਦੇ ਆ, ਜਿਵੇਂ ਸਿਆਣੇ ਵੀ ਕਹਿੰਦੇ ਨੇ, ਸਭ ਤੋਂ ਵੱਡਾ ਬੋਝ ਹੁੰਦਾ ਕਿ ਆਪਣੇ ਜਵਾਨ ਪੁੱਤ ਦੀ ਅਰਥੀ ਚੱਕਣਾ। ਤੁਹਾਨੂੰ ਇਸ ਘਟਨਾ ਬਾਰੇ ਕਿਵੇਂ ਪਤਾ ਲੱਗਿਆ? ਕਿ ਪਹਿਲਾਂ ਕੋਈ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਜਤਿੰਦਰ ਇਸ ਤਰ੍ਹਾਂ ਦਾ ਕੋਈ ਸਟੈਪ ਚੱਕ ਸਕਦਾ ਆਤਮ ਹੱਤਿਆ ਦਾ, ਕੋਈ 1-2 ਦਿਨਾਂ ਤੋਂ ਕੁਝ ਇਸ ਤਰ੍ਹਾਂ ਦਾ ਘਟਿਆ ਹੋਵੇ, ਜਾਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ? ਮਤਲਬ ਕਿੱਥੇ ਉਹਨੇ ਸੁਸਾਈਡ ਕਿੱਥੇ ਕੀਤਾ? ਮੈਂ ਤੁਹਾਨੂੰ ਦੱਸਦਾ ਜੀ, ਪਹਿਲਾਂ ਇੱਥੋਂ ਘਰੋਂ ਨਾ ਸਵੇਰੇ ਮੈਂ ਚਾਹ ਬਣਾ ਕੇ ਪੀਤੀ, ਪੀ ਕੇ ਮੈਂ ਬਾਹਰ ਨਾ ਲਸਣ ਜਾਂ ਘਾਹ ਪੱਟਣ ਲੱਗ ਗਿਆ। ਆਇਆ ਉੱਠ ਕੇ ਤਿਆਰ ਹੋ ਕੇ, ਮੈਨੂੰ ਬਾਹੋਂ ਫੜ ਕੇ ਇੱਥੇ ਲਿਆਇਆ, ਕਹਿੰਦਾ ਡੈਡੀ ਆ ਇੱਧਰ, ਤੂੰ ਠੰਡ ਆ। ਉਹਨੇ ਕੌਫੀ ਬਣਾ ਕੇ ਮੈਨੂੰ ਪਿਆਈ, ਆਪ ਪੀਤੀ, ਚਲਾ ਗਿਆ, ਬੜਾ ਖੁਸ਼ ਗਿਆ ਮੇਰੇ ਕੋਲ। ਅਤੇ 4 ਵਜੇ ਉਹਦਾ ਫੋਨ ਆਇਆ ਮੈਨੂੰ, ਕਹਿੰਦਾ ਡੈਡੀ ਤੇਰੇ ਨਾਲ ਗੱਲ ਕਰਨ ਨੂੰ ਦਿਲ ਕਰਦਾ। ਅੱਛਾ। 2 ਗੱਲਾਂ ਕੀਤੀਆਂ, ਫੋਨ ਕੱਟਤਾ ਉਹਨੇ। ਫਿਰ 4:30 ਵਜੇ ਫੋਨ ਆਇਆ ਵੀ ਮੈਂ ਦਵਾਈ ਖਾ ਲਈ ਆ। ਅੱਛਾ। ਅਤੇ ਮੈਂ ਫਟਾਫਟ ਗਿਆ, ਇੱਥੋਂ ਬੰਦੇ ਨੂੰ ਨਾਲ ਲੈ ਕੇ ਭੱਜਿਆ। ਮੈਂ ਕਿਹਾ ਵੀ ਸ਼ਾਇਦ ਮੈਂ ਬਚਾ ਸਕਾਂ ਉਸਦੇ ਬੱਚੇ ਨੂੰ, ਪਰ ਨਹੀਂ, ਮੇਰੇ ਹੱਥ ਨਹੀਂ ਆ। ਕਿਹੜੀ ਜਗ੍ਹਾ ਸੀ, ਮਤਲਬ ਕਿੱਥੇ? ਫਲੋਰ ਸੀ ਜੀ, ਫਲੋਰ ਚਰਚ ਦੇ ਕੋਲੇ। ਉੱਥੋਂ ਹੀ ਲਗਾਏ ਰੋੜੇ ਦੇ, ਅਤੇ ਰੋੜੇ ਤੋਂ ਬਾਅਦ ਉਹ ਕਹਿੰਦਾ ਵੀ ਦਿਆਨੰਦ ਲੈ ਜਾਓ। ਦਿਆਨੰਦ ਲੈ ਕੇ ਅਤੇ ਜਾਂਦਾ ਹੀ ਉੱਥੇ ਪੂਰਾ ਹੋ ਗਿਆ। ਦੋਸਤੋ, ਇੱਕ ਪਿਤਾ ਦਾ, ਇੱਕ ਮਾਤਾ ਦਾ ਦਰਦ ਤੁਸੀਂ ਸਮਝ ਹੀ ਸਕਦੇ ਹੋ। ਜਿਨ੍ਹਾਂ ਦੇ ਬੁਢਾਪੇ ਦਾ ਸਹਾਰਾ ਉਸ ਡੈਨ ਨੇ ਕਹਾਂਗੇ, ਜਿਨ੍ਹਾਂ ਨੇ ਇਹਨਾਂ ਤੋਂ ਖੋਹ ਲਿਆ। ਅਤੇ ਇੱਕ ਭੈਣ ਭਰਾ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ, ਕਿਉਂਕਿ ਜਿਹੜੀ ਗੱਲ ਕਈ ਵਾਰ ਆਪਣੇ ਮਾਤਾ ਪਿਤਾ ਤੋਂ ਡਰਦੇ ਨਹੀਂ ਕਰ ਪਾਉਂਦੇ, ਜਾਂ ਕੋਈ ਇਸ ਤਰ੍ਹਾਂ ਦਾ ਗੈਪ ਹੁੰਦਾ, ਏਜ ਗੈਪ ਹੈ, ਕਈ ਵਾਰ ਭੈਣਾਂ ਦੇ ਨਾਲ ਭਰਾ ਗੱਲ ਸਾਂਝੀ ਕਰ ਲੈਂਦੇ ਨੇ। ਕਿ ਕਦੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਨੇ ਕਦੇ ਕੋਈ ਇੱਦਾਂ ਦੀ ਗੱਲਬਾਤ ਸਾਂਝੀ ਕੀਤੀ? ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਉਹਨੇ ਕਦੇ ਕੀਤੀ। ਤੁਹਾਡੇ ਨਾਲ ਆਮ ਤੌਰ 'ਤੇ ਗੱਲ ਹੁੰਦੀ ਸੀ? ਹਾਂਜੀ ਹਾਂਜੀ, ਇੱਕ ਦਿਨ ਪਹਿਲਾਂ ਵਧੀਆ ਗੱਲ ਹੋਈ ਆ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ ਵੀ ਉਹ ਇਹੋ ਜਿਹਾ ਕੁਛ ਕਰ ਲੂਗਾ ਜਾਂ ਬਿਲਕੁਲ ਨਹੀਂ। ਇੱਕ ਜੀਜਾ ਜੀ ਦਾ ਵੀ ਕਹਿੰਦੇ ਦੋਸਤਾਂ ਵਾਂਗੂ, ਕਿਉਂਕਿ ਤੁਸੀਂ ਹਮ ਉਮਰ ਵੀ ਲੱਗਦੇ ਹੋ ਜਤਿੰਦਰ ਦੇ, ਹੈ ਨਾ? ਅਤੇ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ? ਵਧੀਆ ਸੀ ਵੀਰੇ, ਬੋਲ ਚਾਲ ਆਪਣਾ ਠੀਕ ਸੀ। ਮਤਲਬ ਇੱਕ ਦੋਸਤੀ? ਹਾਂਜੀ 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 ਹਾਂਜੀ। ਕਦੇ ਕੋਈ ਗੱਲਬਾਤ ਇੱਦਾਂ ਦੀ ਸਾਂਝੀ ਕੀਤੀ ਹੋਵੇ, ਕੋਈ ਆਪਣੇ ਮਨ ਦਾ ਭਾਰ ਕਦੇ? ਨਾ ਵੀਰੇ, ਮੇਰੇ ਨਾਲ ਕੋਈ ਇਹ ਗੱਲ ਨਹੀਂ ਕਰੀ।
ਮਤਲਬ ਤੁਹਾਡੇ ਨਾਲ ਕਦੇ ਕੋਈ ਇੱਦਾਂ ਜਿਵੇਂ ਕਹਿੰਦੇ ਮਾਵਾਂ ਦੇ ਨਾਲ ਹੈ ਨਾ ਬੱਚੇ ਆਪਣੇ ਜੋ ਮਨ 'ਤੇ ਭਾਰ ਹੁੰਦਾ ਸਾਂਝਾ ਕਰਦੇ ਨੇ, ਕਦੇ ਗੱਲਬਾਤ ਕਰਦਾ ਹੋਵੇ ਜਿਹੜੀ ਇਹ ਅਣਹੋਣੀ ਘਟੀ ਹੈ ਇਹ ਤੋਂ 2-4 ਦਿਨ ਪਹਿਲਾਂ ਜਾਂ ਹਫ਼ਤਾ ਪਹਿਲਾਂ, ਕਦੇ ਕੋਈ ਇੱਦਾਂ ਦੀ ਗੱਲਬਾਤ ਤੁਹਾਨੂੰ ਲੱਗਿਆ? ਕਿਉਂਕਿ ਮਾਵਾਂ ਨਾ ਬੱਚਿਆਂ ਦਾ ਆਪਣਿਆਂ ਦਾ ਬਿਨਾਂ ਕਹੇ ਸਮਝ ਜਾਂਦੀਆਂ ਨੇ ਵੀ ਉਹਦੇ ਮਨ ਦੇ ਅੰਦਰ ਕੀ ਹੈ। ਸਮਝੀ ਵੀ ਸੀਗੀ ਉਹਦੇ ਵੀ ਇਹਦੀ ਜਿੰਦ ਜਾਨ ਆ ਬੱਚੀ ਦੀ। ਬਹੁਤ ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਤੇਰੀ ਘਰ ਵਾਲੀ ਨੇ ਕਿ ਨਾ ਤੈਨੂੰ ਉਹ ਕੁੜੀ ਨੂੰ ਤਾਂ ਹੀ ਵਿਛੋੜਾ ਪਾਇਆ ਵੀ ਤੈਨੂੰ ਉਹ ਸਿੱਟਣਾ ਚਾਹੁੰਦੀ, ਉਹਨੇ ਤੈਨੂੰ ਕੁਛ ਨਾ ਕੁਛ ਕਰਵਾਉਣਾ ਹੈ, ਜਿਸ ਕਰਕੇ ਉਹ ਬੱਚੀ ਲੈ ਕੇ ਗਈ। ਉਹਨੂੰ ਵੀ ਪਤਾ ਸੀ ਵੀ ਇਹ ਬੱਚੀ ਦੇ ਨਾਲ ਬਹੁਤ ਪਿਆਰ ਕਰਦਾ ਵੀ ਤੈਨੂੰ ਤਾਂ ਲੈ ਕੇ ਗਈ ਆ। ਮੈਂ ਬਹੁਤ ਸਮਝਾਈ, ਉਸ ਦਿਨ ਵੀ ਮੈਂ ਉਹਨੂੰ ਬਹੁਤ ਸਮਝਾਇਆ ਸੀਗਾ। ਜਿਸ ਦਿਨ ਉਹ ਇਹ ਕੰਮ ਕਰ ਰਿਹਾ ਮੈਨੂੰ ਕਹਿੰਦਾ ਸੀਗਾ ਵੀ ਮੈਂ ਅਹਿਮਦਗੜ੍ਹ ਹੈ, ਅਹਿਮਦਗੜ੍ਹ ਮੇਰੇ ਸਰ ਨੇ ਭੇਜਿਆ, ਮੈਂ ਉੱਥੇ ਫ਼ੋਨ ਕਾਲ ਕਰਾਉਣੀ ਹੈ, ਮੈਂ ਕਿਸ਼ਤ ਲੈਣ ਚੱਲਿਆ। ਅਹਿਮਦਗੜ੍ਹ ਹੀ ਮੈਨੂੰ ਕਹਿ ਰਿਹਾ ਵੀ ਮੈਂ ਅਹਿਮਦਗੜ੍ਹ ਹਾਂ, ਬਸ ਅਹਿਮਦਗੜ੍ਹ ਜਾਣਾ ਹੈ। ਇਹੀ ਗੱਲ ਮੈਨੂੰ ਤਾਂ ਉਹਨੇ ਕਹੀ ਹੈ। ਵੈਸੇ ਕਹਿ ਰਿਹਾ ਸੀਗਾ, ਕਹਿੰਦਾ ਮੈਂ ਜ਼ਿੰਦਗੀ ਤੋਂ ਮੰਮੀ ਬਹੁਤ ਅੱਕ ਗਿਆ। ਮੈਂ ਉਹਨੂੰ ਬਹੁਤ ਸਮਝਾਇਆ, ਬਹੁਤ ਜ਼ਿਆਦਾ ਵੀ ਸਮਝਾਇਆ ਵੀ ਪੁੱਤ ਜ਼ਿੰਦਗੀ ਮਸਾਂ ਮਿਲਦੀ ਆ, ਤੂੰ ਇਸ ਤਰ੍ਹਾਂ ਨਾ ਕਰ, ਪਰ ਉਹ ਸਮਝਿਆ ਹੀ ਨਹੀਂ। ਆਪਦੇ ਭਾਣਜੇ ਨੂੰ ਵੀ ਕਹਿ ਰਿਹਾ ਸੀਗਾ, ਮੈਂ ਕਹਿੰਦਾ ਵੀ ਜੇ ਮੇਰਾ ਭਾਣਜਾ ਇੱਥੇ ਪੜ੍ਹਨ ਲੱਗ ਜਾਏ ਮੈਂ ਫੇਰ ਨਹੀਂ ਕੁਛ ਕਰਦਾ। ਮੈਂ ਕਿਹਾ ਠੀਕ ਆ, ਆਪਾਂ ਉਹਨੂੰ ਇੱਥੇ ਲਾ ਲਾਂਗੇ ਪੜ੍ਹਨ, ਚੱਲ ਤੇਰਾ ਦਿਲ ਲੱਗਾ ਰਹੂ, ਫੇਰ ਹੀ ਤੁਸੀਂ ਸਮਝ ਜਾਏਗਾ। ਪਰ ਉਹ ਬਿਲਕੁਲ ਉਹ ਅੰਦਰ ਹੀ ਘੁੱਟ ਗਿਆ, ਉਹਨੇ ਅੰਦਰਲੀ ਗੱਲ ਦੱਸੋ ਹੀ ਨਹੀਂ। ਜਿਵੇਂ ਤੁਹਾਡੀ ਨੂੰਹ ਦੇ ਨਾਲ ਕਿਹੜੇ ਸੰਨ ਦੇ ਵਿੱਚ, ਜਿਵੇਂ ਤੁਸੀਂ ਦੱਸ ਰਹੇ ਸੀ 2016 ਦੇ ਵਿੱਚ ਵਿਆਹ ਹੋਇਆ ਤੁਹਾਡੇ ਬੇਟੇ ਦਾ, ਤੇ ਉਸ ਤੋਂ ਛੋਟਾ ਬੇਟਾ ਤੁਹਾਡਾ ਸ਼ਾਇਦ ਇੰਗਲੈਂਡ ਦੇ ਵਿੱਚ ਹੈ ਨਾ ਜੀ? ਵੱਡਾ ਉਹਦੇ ਨਾਲ ਉਹ ਵੀ ਮੈਰਿਡ ਹੈ? ਹਾਂਜੀ ਠੀਕ ਹੈ। ਉਹਦੇ ਮਤਲਬ ਫੈਮਿਲੀ ਕਿੱਥੇ ਰਹਿੰਦੀ ਹੈ? ਉਹਦੀ ਫੈਮਿਲੀ ਨਾਲ ਹੀ ਆ ਉਹਦੇ। ਅੱਛਾ, ਉੱਧਰ ਹੀ ਨੇ ਸਾਰੇ? ਠੀਕ। ਤੇ ਮਤਲਬ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸੀਗੇ 2016 ਦੇ ਵਿੱਚ ਵਿਆਹ ਹੋਇਆ, ਇੱਕ ਤਾਂ ਹੁੰਦਾ ਵੀ ਪਰਿਵਾਰ ਨੇ, ਤੁਸੀਂ ਰਿਸ਼ਤਾ ਲੱਭਿਆ ਸੀ ਜਾਂ ਫਿਰ ਕੋਈ ਲਵ ਮੈਰਿਜ ਸੀ, ਕਿੱਦਾਂ? ਨਹੀਂ, ਰਿਸ਼ਤਾ ਤਾਂ ਉਹਦੇ ਨਾ ਪਿਛਲੇ ਪਾਸੇ ਪਹਿਲਾਂ ਮੁੰਡਿਆਂ ਨਾਲ ਵੀ ਕੰਮ ਕਰਦਾ ਹੁੰਦਾ ਸੀਗਾ, ਨਾਨਕੇ ਸੀਗੇ ਉਹਦੇ, ਉਹਨਾਂ ਦੀ ਭੂਆ ਦੀ ਕੁੜੀ ਸੀਗੀ, ਤੇ ਕਾਫੀ ਸਾਡਾ ਜਾਣਾ ਆਉਣਾ ਮੁੰਡਿਆਂ ਦਾ ਹੀ ਸੀਗਾ, ਲੇਕਿਨ ਮੇਰਾ ਨਹੀਂ ਸੀਗਾ। ਤੇ ਉਹ ਮੁੰਡਾ ਸਾਡੇ ਘਰੇ ਆਇਆ, ਕਹਿੰਦਾ ਵੀ ਮੇਰੀ ਭੂਆ ਜੀ ਆਈ ਹੈ, ਮੈਂ ਉਹਨਾਂ ਦੀ ਕੁੜੀ ਦਾ ਰਿਸ਼ਤਾ ਕਰਨਾ ਹੈ, ਆਂਟੀ ਤੁਸੀਂ ਉੱਧਰ ਆ ਜਾਓ। ਅਸੀਂ ਮਾਂ ਪੁੱਤ ਹੀ ਚਲੇ ਗਏ। ਮੈਂ ਉਹਨਾਂ ਨੂੰ ਕਿਹਾ ਵੀ ਨਾ ਕੁੜੀ ਪ੍ਰਾਹੁਣਾ ਨਾ ਉਹਦਾ ਡੈਡੀ ਸੀਗਾ। ਕਹਿੰਦੇ ਕੋਈ ਗੱਲ ਨਹੀਂ। ਉਹ ਜਿਹੜੀ ਉਹਨਾਂ ਦੀ ਮਾਮੀ ਸੀਗੀ ਉਹਨੂੰ ਬਾਬਾ ਮੰਨਦੇ ਸੀਗੇ। ਉਹਨੇ ਬਸ ਇੰਨੀ ਗੱਲ ਹੀ ਕਹੀ ਹੈ, ਮੁੰਡਾ ਤੈਨੂੰ ਬਲਦੇਵ ਸਿੰਘ ਪਸੰਦ ਹੈ? ਕਹਿੰਦਾ ਹਾਂ ਪਸੰਦ ਹੈ ਬਾਬਿਓ। ਉੱਥੇ ਹੀ ਉਹਨਾਂ ਨੇ ਸ਼ਗਨ ਪਾਤਾ। ਅੱਛਾ। ਤੇ ਉਹ ਤੋਂ ਬਾਅਦ 'ਚ ਉਹ ਵਕਾਲਤ ਪਹਿਲਾਂ ਕਰ ਰਹੀ ਸੀ ਕਿ ਇੱਥੇ? ਹਾਂਜੀ, ਵਕਾਲਤ ਕਰ ਰਹੀ ਸੀ, ਬਸ ਹੋ ਗਿਆ ਸੀ ਥੋੜਾ, ਜਿਵੇਂ 2-4 ਮਹੀਨੇ ਹੁੰਦੇ ਆ। ਬਾਕੀ ਤੁਸੀਂ ਖਰਚਾ ਸਾਰਾ ਤੁਸੀਂ? ਹਾਂਜੀ, 3 ਸਾਲ ਦੀ ਵਕਾਲਤ ਹੋਈ ਹੈ। ਉਹਨੂੰ ਲਾਇਸੈਂਸ ਉੱਥੋਂ ਮਿਲਿਆ ਜਾ ਕੇ, ਉਹ ਵੀ ਸਾਰਾ ਕੁਝ ਇੱਥੇ ਹੀ ਹੋਇਆ। ਲਾਇਸੈਂਸ ਮਿਲੇ ਤੋਂ ਬਾਅਦ ਦੇ ਵਿੱਚ ਵੀ ਉਹਨੇ ਫਿਰ ਕੋਰਸ ਕਰਨ ਲੱਗੇ 6 ਮਹੀਨੇ ਉੱਥੇ। ਕਹਿੰਦੀ ਮੈਂ ਜੱਜ ਦਾ ਕੋਰਸ ਕਰਨਾ। ਸੁਬਾਹ 7 ਵਜੇ ਚਲੀ ਜਾਂਦੀ, 7 ਵਜੇ ਆਉਂਦੀ ਸੀ। ਸਾਰਾ ਕੰਮ ਵੀ ਕਰਨਾ, ਬੱਚੀ ਵੀ ਸਾਂਭਣੀ, ਸਾਰਾ ਮੈਂ ਹੀ ਸਾਂਭਦੀ ਰਹੀ ਹਾਂ। ਕੋਈ ਵੀ ਨਹੀਂ ਸੀ ਉਹਨੂੰ ਕੁਛ ਕਹਿੰਦਾ, ਇੰਨੇ ਡਰਦੇ ਸੀਗੇ ਉਹ ਤੋਂ। ਤੁਹਾਡੇ ਨਾਲ ਕਿੱਦਾਂ ਦੇ ਰਿਲੇਸ਼ਨ ਸੀਗੇ ਤੁਹਾਡੀ ਨੂੰਹ ਦੇ? ਦੇਖੋ ਜੀ, ਵਰਤਾਓ ਤਾਂ ਮੇਰੇ ਨਾਲ ਇਹੋ ਜਿਹਾ ਸੀਗਾ, ਤੇ ਮੇਰੇ ਗੋਡੇ ਦਰਦ ਕਰਦੇ, ਕੰਮ ਮੈਥੋਂ ਹੁੰਦਾ ਨਹੀਂ ਸੀ। ਹੁਣ ਵੀ ਮਸਾਂ ਹੀ ਤੁਰਦਾ ਮੈਂ। ਅਸੀਂ ਦੇਖਿਆਗਾ, ਹੁਣ ਵੀ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਲੱਤ ਦੇ ਵਿੱਚ ਪ੍ਰੋਬਲਮ ਹੈ, ਤੁਰਨ ਦੇ ਵਿੱਚ ਵੀ ਕਾਫੀ ਮੁਸ਼ਕਲ ਦੇ ਨਾਲ ਤੁਰ ਰਹੇ ਸੀਗੇ। ਤੇ ਉਹ ਇਹ ਗੱਲ ਕਹਿੰਦੀ ਸੀ, ਮੇਰਾ ਡੈਡੀ ਕੰਮ ਕਰਦਾ, 60 ਸਾਲ ਦੀ ਉਮਰ ਹੈ ਇਹਦੀ, 60 ਸਾਲ ਦੀ, ਇਹ ਕਿਉਂ ਨਹੀਂ ਕੰਮ ਕਰਦਾ? ਅੱਛਾ। ਇਹੋ ਜਿਹੀਆਂ ਗੱਲਾਂ ਕਰਦੀ ਸੀ। ਮੈਂ ਤਾਂ ਉਹਨੂੰ ਬੁਲਾ ਕੇ ਨਹੀਂ ਰਾਜੀ। ਅੱਛਾ, ਮਤਲਬ ਸ਼ੁਰੂਆਤ ਤੋਂ ਹੀ ਜਦੋਂ ਵਿਆਹ ਕੇ ਘਰੇ ਆਉਂਦੀ? ਥੋੜੀ ਦੇਰ ਬਾਅਦ ਹੀ ਲੱਗੀ ਜੀ ਇਹਦਾ ਕੋ ਕਰਨ। ਅੱਛਾ ਜੀ। ਹਾਂਜੀ। ਫਿਰ ਕਦੇ ਉਹਦੇ ਮਾਤਾ ਪਿਤਾ ਨਾਲ ਕੋਈ ਗੱਲਬਾਤ ਕੀਤੀ ਹੋਵੇ, ਉਹਦੀ ਸ਼ਿਕਾਇਤ ਕੀਤੀ ਹੋਵੇ, ਤੁਸੀਂ ਸਮਝਾਓ ਆ ਕਿ ਆਪਣੀ ਕੁੜੀ ਨੂੰ? ਕਿਹਾ ਜੀ, ਉਹ ਆਪਦੀਆਂ ਇਹ ਹੋ ਹੀ ਨਹੀਂ ਸਕਦਾ ਕਹਿੰਦੇ। ਅੱਛਾ, ਮਤਲਬ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਜਿਵੇਂ ਵੀ ਸ਼ਹਿ ਦਿੰਦੇ ਸੀਗੇ? ਹਾਂ, ਸ਼ਹਿ ਹੀ ਦਿੰਦੇ ਸੀ, ਸ਼ਹਿ ਦਿੰਦੇ ਸੀ, ਮਾਂ ਦਿੰਦੀ ਸੀ ਸ਼ਹਿ। ਅੱਛਾ ਜੀ। ਭੈਣੇ, ਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ, ਜਿਵੇਂ ਹੁਣ ਗੱਲਬਾਤ ਇੱਕ ਸਾਹਮਣੇ ਆ ਰਹੀ ਹੈ ਕਿ ਤੁਹਾਡੀ ਜੋ ਭਾਬੀ ਸੀ ਉਹਨੇ ਦੂਜੀ ਜਗ੍ਹਾ 'ਤੇ ਵੀ ਵਿਆਹ ਕਰਵਾ ਲਿਆ ਸੀ, ਕਦੇ ਤੁਹਾਡੇ ਭਰਾ ਨੇ ਤੁਹਾਡੇ ਕੋਲ ਗੱਲਬਾਤ ਕੀਤੀ ਸੀ? ਇਹ ਦੱਸੀ? ਹਾਂਜੀ, ਇਹ ਤਾਂ ਦੱਸਿਆ ਸੀਗਾ ਵੀ ਉਹਨਾਂ ਨੇ ਦੂਜੀ ਜਗ੍ਹਾ ਵਿਆਹ ਕਰਵਾ ਲਿਆ। ਅੱਛਾ ਜੀ। ਹਾਂਜੀ, ਇਹ ਤਾਂ ਗੱਲ ਸ਼ੇਅਰ ਕੀਤੀ ਸੀ। ਪਹਿਲਾਂ ਕਹਿੰਦੇ ਵੀ ਉਹ ਜਿਹੜੀਆਂ ਫੋਟੋਆਂ ਵਗੈਰਾ ਸਾਰੀਆਂ ਵੀ ਮੀਡੀਆ 'ਚ ਲੈ ਕੇ ਜਾਣੀਆਂ, ਵੀ ਸਾਰਿਆਂ ਨੂੰ ਸ਼ੋਅ ਕਰਵਾਉਣੀਆਂ, ਵੀ ਡਿਵੋਰਸ ਤੋਂ ਪਹਿਲਾਂ ਹੀ ਇਹਨਾਂ ਨੇ ਮੈਰਿਜ ਕਰਵਾ ਲਈ। ਉਹ ਵੀ ਇੱਕ ਵਕੀਲ ਜਿਹਨੂੰ ਕਾਨੂੰਨ ਦੀ ਸਾਰੀ ਨੌਲੇਜ ਹੁੰਦੀ ਆ ਨਾ, ਆਮ ਬੰਦੇ ਦਾ ਆਪਾਂ ਕਹਿ ਸਕਦੇ ਹਾਂ, ਆਮ ਵੀ ਬੰਦਾ ਇਹ ਮਤਲਬ ਇੱਦਾਂ ਦਾ
ਗੁਨਾਹ ਕਰਨ ਲੱਗੇ 100 ਵਾਰ ਸੋਚਦਾ ਵੀ ਪਹਿਲੇ ਵਿਆਹ ਤੋਂ ਡਿਵੋਰਸ ਨਹੀਂ ਹੋਇਆ, ਮੈਂ ਦੂਜਾ ਵਿਆਹ ਕਰਾ ਰਿਹਾ। ਕਾਨੂੰਨ ਦੇ ਪ੍ਰਾਵਧਾਨ ਦੇ ਵਿੱਚ ਇੱਕ ਵੱਡੀ ਸਜ਼ਾ ਹੈ ਇਹਦੀ। ਫਿਰ ਵੀ ਉਹ ਤਾਂ ਵਕੀਲ ਸੀ ਜਿਹਨੇ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ ਸੀ, ਉਹਨੇ ਵੀ ਇਸ ਤਰ੍ਹਾਂ ਦਾ ਗੁਨਾਹ ਕੀਤਾ। ਹਾਂਜੀ ਹਾਂਜੀ। ਫਿਰ ਉਹਨੂੰ ਪਤਾ ਨਹੀਂ ਕੀ ਇੱਕਦਮ ਹੋ ਗਿਆ ਕਿ ਉਹਨੇ ਬਸ ਕਹਿੰਦਾ ਰਹਿਣ ਦਿਓ, ਛੱਡੋ ਪਰਾਂ, ਕੋਈ ਗੱਲ ਨਹੀਂ, ਕਹਿੰਦਾ ਕਰਾ ਲਿਆ ਤਾਂ ਬਸ ਕਰਾ ਲਿਆ। ਸਾਡੇ ਕੋਲ ਗੱਲ ਸਾਹਮਣੇ ਆਈ ਹੈ ਸੂਤਰਾਂ ਤੋਂ ਹੈ ਕਿ ਜੇਲ੍ਹ ਵਗੈਰਾ 'ਚ ਜਿਹੜੇ ਗੈਂਗਸਟਰ ਨੇ ਉਹਨਾਂ ਤੋਂ ਵੀ ਤੁਹਾਡੇ ਭਰਾ ਨੂੰ ਧਮਕੀਆਂ ਦਵਾਈਆਂ ਜਾਂਦੀਆਂ ਸੀ। ਕੀ ਤੁਹਾਨੂੰ ਕਦੇ ਇਦਾਂ ਦੀ ਗੱਲ ਸ਼ੇਅਰ ਕੀਤੀ ਸੀ ਤੁਹਾਡੇ ਭਰਾ ਨਹੀਂ, ਨੇ? ਇਹ ਮੈਨੂੰ ਕਦੇ ਗੱਲ ਸ਼ੇਅਰ ਨਹੀਂ ਕੀਤੀ ਉਹਨੇ। ਤੁਸੀਂ ਬਚਪਨ ਤੋਂ ਉਹਦੇ ਨਾਲ ਰਹੇ ਹੋ। ਹੁਣ ਜਿਵੇਂ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਿਹਾ ਸੀ ਆਪਾਂ ਮੀਡੀਆ ਦੇ ਵਿੱਚ ਫੋਟੋਆਂ ਲੈ ਕੇ ਜਾਣੀਆਂ ਨੇ, ਵੀ ਗੱਲ ਸਾਰੀ ਮੀਡੀਆ 'ਚ ਲੈ ਕੇ ਜਾਣੀ ਆ, ਉਹਦੇ ਵਿੱਚੋਂ ਤੇ ਜਦੋਂ ਉਹ ਕਹਿਣ ਲੱਗ ਗਿਆ ਵੀ ਛੱਡੋ ਪਰੇ ਆਪਾਂ ਕੁਛ ਨਹੀਂ ਕਰਨਾ, ਉਸ ਸਮੇਂ ਦੇ ਵਿੱਚ ਉਹਦੇ ਜੋ ਵਿਵਹਾਰ ਸੀ, ਜੋ ਵਰਤਾਓ ਸੀ, ਉਹਦੇ ਵਿੱਚ ਕੋਈ ਫਰਕ ਆਇਆ ਸੀ? ਦੇਖਿਆ ਸੀ ਤੁਸੀਂ ਵੀ ਜਿਵੇਂ ਇੱਕ ਡਰ ਜਾ ਹੁੰਦਾ ਲੱਗਦਾ ਆਪਾਂ ਨੂੰ, ਬੰਦਾ ਡਰਿਆ? ਫਰਕ ਤਾਂ ਹੈਗਾ ਸੀ। ਜਿਵੇਂ ਹੁਣ 12 ਨਵੰਬਰ ਨੂੰ ਉਹਦੀ ਤਰੀਕ ਸੀ, ਉਸ ਤੋਂ ਬਾਅਦ ਉਹਨੂੰ ਮੈਂ ਇੰਨਾ ਕਿਹਾ, ਮੈਂ ਕਿਹਾ ਤੂੰ ਕਿਉਂ ਲਿਖ ਕੇ ਆਇਆ ਵੀ ਉਧਰ ਕੁੜੀ ਕਿਉਂ ਦੇ ਕੇ ਆਇਆ? ਕਹਿੰਦਾ ਨਹੀਂ, ਮਾਂ ਨੂੰ ਹੀ ਮਿਲਦੀ ਹੁੰਦੀ ਆ, ਬਸ ਆਹੀ ਗੱਲ ਕਹਿੰਦਾ ਰਿਹਾ, ਕਹਿੰਦਾ ਮਾਂ ਨੂੰ ਹੀ ਮਿਲਦੀ ਹੁੰਦੀ ਆ, ਕੋਈ ਗੱਲ ਨਹੀਂ, ਚੱਲ ਕੋਈ ਨਾ, ਚਲੀ ਗਈ ਤਾਂ ਬਸ ਇੰਨੀ ਗੱਲ ਹੀ ਮੇਰੇ ਨਾਲ ਬਾਰ-ਬਾਰ ਕਰੀ ਗਿਆ। ਬਾਕੀ ਇੱਕ ਦਿਨ ਪਹਿਲਾਂ ਮੇਰੇ ਨਾਲ ਵਧੀਆ ਗੱਲ ਕੀਤੀ ਆ, ਕੋਈ ਇਹੋ ਜਿਹੀ ਗੱਲ ਨਹੀਂ ਸੀਗੀ, ਲੱਗਦਾ ਸੀ ਉਹਦੀਆਂ ਗੱਲਾਂ ਤੋਂ ਵੀ ਇਹੋ ਜਿਹਾ ਕੰਮ ਕੋਈ ਕਰ ਦੂਗਾ। ਬਸ ਉਸ ਦਿਨ, ਜਿਸ ਦਿਨ ਸੁਸਾਈਡ ਕੀਤਾ, ਉਸ ਦਿਨ ਨਹੀਂ ਮੇਰੇ ਨਾਲ ਗੱਲ ਕੀਤੀ ਉਹਨੇ ਕੋਈ ਵੀ। ਕਿਤੇ ਨਾ ਕਿਤੇ ਕੁੜੀ ਦੇ ਵੀ ਆਇਆ ਸੀ, ਲਿਖ ਵੀ ਆਇਆ ਸੀ, ਅੰਦਰੋਂ ਟੁੱਟਿਆ ਵੀ ਹੋਇਆ? ਹਾਂਜੀ, ਅੰਦਰੋਂ ਤਾਂ ਟੁੱਟਿਆ ਹੀ ਸੀ। ਮਾਤਾ ਜੀ, ਤੁਹਾਨੂੰ ਕਦੋਂ ਪਤਾ ਲੱਗਦਾ ਹੈ? ਕਿਉਂਕਿ ਤੁਸੀਂ ਦੱਸਿਆ ਵੀ ਜਿਹੜੀ ਤੁਹਾਡੀ ਨੂੰਹ ਸੀ ਘਰੇ ਨਹੀਂ ਰਹਿੰਦੀ ਸੀ, ਆਪਣੀ ਵਕਾਲਤ ਦੀ ਪ੍ਰੈਕਟਿਸ ਦੇ ਬਹਾਨੇ ਨਾਲ, ਕਹਿ ਲਓ ਕਿਸੇ ਵੀ ਬਹਾਨੇ ਨਾਲ, ਹੈ ਨਾ, ਤੁਹਾਡਾ ਬੇਟਾ ਤੁਹਾਡੇ ਕੋਲ ਰਹਿੰਦਾ ਸੀ ਪਰ ਉਹ ਇਕੱਲੀ ਕਿਤੇ ਬਾਹਰ ਰਹਿੰਦੀ ਸੀ। ਤੁਹਾਡੇ ਕੋਲ ਕਦੋਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਦੂਜਾ ਵਿਆਹ ਕਰਵਾ ਲਿਆ? ਸਾਨੂੰ ਉਹਨੇ ਇੱਕ ਨਾ ਵਿਆਹ ਤਾਂ ਪਹਿਲਾਂ ਦਾ ਹੀ ਕਰਾਇਆ ਹੋਇਆ ਸੀਗਾ, ਪਰ ਸਾਡੇ ਕੋਲੇ ਸਬੂਤ ਨਹੀਂ ਸੀ ਕੋਈ ਵੀ। ਉਹਨੇ ਫੋਨ ਕੀਤਾ ਬੇਟੇ ਨੂੰ, ਮੇਰੇ ਨੂੰ, ਕਹਿੰਦੀ ਵੀ ਮੈਂ ਨਾ ਉੱਧਰੋਂ ਕਿਸੇ ਨੂੰ ਬੁਲਾਉਣਾ, ਨਾ ਮੈਂ ਇੱਧਰੋਂ ਬੁਲਾਉਣਾ, ਤੇ ਮੈਂ ਤਲਾਕ ਦੇ ਕਾਗਜ਼ ਭੇਜਦੇ ਨੇ। ਬਹੁਤ ਲੜੀ ਇਹਦੇ ਨਾਲ ਫੋਨ ਦੇ ਉੱਤੇ। ਕਹਿੰਦਾ ਮੰਮੀ ਬਹੁਤ ਜ਼ਿਆਦਾ ਬੋਲੀ, ਅੱਧਾ ਘੰਟਾ। ਕਹਿੰਦੀ ਮੈਂ ਤਲਾਕ ਦੇ ਕਾਗਜ਼ ਭੇਜਦੇ ਨੇ, ਉਹਦੇ ਸਾਈਨ ਕਰ ਦੇ। ਇਹਨੇ ਬੇਟਾ ਮੇਰਾ ਕਹਿੰਦਾ ਵੀ ਠੀਕ ਆ, ਮੈਂ ਸਾਈਨ ਕਰ ਦੂੰ। ਬਹੁਤ ਡਰਦਾ ਸੀ ਉਹਦੇ ਕੋਲੋਂ, ਬਹੁਤ ਜ਼ਿਆਦਾ ਡਰਦਾ ਸੀਗਾ। ਦੇਖੋ ਬੱਚੀ ਉੱਥੇ ਸੀ, ਮੈਂ ਸਾਂਭਦੀ ਵੀ ਰਹੀ। ਜਦੋਂ ਉਹ ਘਰੇ ਆ ਗਈ ਕਿ ਨਾ, ਬਾਅਦ ਦੇ ਵਿੱਚ ਪੇਪਰ ਦੇਣਾ ਸੀ, ਵਿਆਹ ਸੀਗਾ, ਪੇਪਰ ਦੇਤਾ, ਫਿਰ ਤਾਂ ਉਹ ਜਾਂਦੀ ਨਹੀਂ ਸੀਗੀ ਉੱਧਰ। ਉੱਧਰੋਂ ਬੈੱਡ 'ਤੇ ਬੈਠੀ ਬੱਚੀ ਨੂੰ ਇਸ ਗੇਟ 'ਚ ਨਹੀਂ ਸੀ ਲਿਆ ਸਕਦੀ ਉਹ, ਉਹਦੇ ਆਰਡਰ ਤੋਂ ਬਿਨਾਂ। ਅੱਛਾ ਜੀ। ਇੰਨਾ ਕੁ ਬੇਟਾ ਮੇਰਾ ਡਰਦਾ ਸੀ ਉਹਦੇ ਤੋਂ, ਵੀ ਇਹਨੇ ਪਤਾ ਨਹੀਂ ਕੀ ਕਰ ਲੈਣਾ ਹੁਣੇ। ਮਤਲਬ ਇਹ ਆਪਾਂ ਇਹੀ ਕਹਿ ਸਕਦੇ ਹਾਂ ਵੀ ਇੱਕ ਜਿਹੜੀ, ਮਾਫ਼ ਕਰਨਾ ਇੱਥੇ ਸ਼ਬਦ ਵਰਤ ਰਿਹਾ ਮੈਂ, ਇੱਕ ਚੰਗੇ ਘਰ ਦੀ ਜਿਹੜੀ ਧੀ ਹੁੰਦੀ ਆ, ਸ਼ਰਮ ਕਰਦੀ ਆ ਕਿ ਜੇਕਰ ਮੈਂ ਇਸ ਤਰ੍ਹਾਂ ਦਾ ਵਰਤਾਅ ਕਰੂੰਗੀ ਤਾਂ ਮੇਰੀ ਜੋ ਫੈਮਿਲੀ ਹੈ ਉਹਦੇ ਜੋ ਸੰਸਕਾਰ ਨੇ ਉਹਨਾਂ 'ਤੇ ਉਂਗਲ ਉੱਠੂਗੀ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਉਹਨੂੰ ਕੋਈ ਸ਼ਰਮ ਲਿਹਾਜ਼ ਹੀ ਨਹੀਂ ਸੀ ਵੀ ਕੋਈ? ਬਿਲਕੁਲ ਨਹੀਂ ਸੀ। ਪਹਿਲਾਂ ਵਿਆਹ ਨੂੰ ਹਜੇ ਵੱਧ ਤੋਂ ਵੱਧ 4 ਮਹੀਨੇ ਹੋਏ ਹੋਣਗੇ। ਉਹ ਕਿਸੇ ਨਾਲ ਗੱਲ ਕਰ ਰਹੀ ਸੀਗੀ ਬਹੁਤ ਦੇਰ ਦੀ ਫੋਨ ਦੇ ਉੱਤੇ। ਬੇਟਾ ਮੇਰਾ ਆਇਆ, ਬੇਟਾ ਕਹਿੰਦਾ ਵੀ ਕਿਹਦੇ ਨਾਲ ਗੱਲ ਕਰ ਰਹੀ ਆ? ਕਹਿੰਦੀ ਵੀ ਮੇਰੀ ਮਰਜ਼ੀ, ਮੈਂ ਜਿਹਦੇ ਨਾਲ ਮਰਜ਼ੀ ਗੱਲ ਕਰਾਂ। ਉਹ ਕਹਿੰਦਾ ਮੈਨੂੰ ਫੋਨ ਦੇ, ਤੇ ਇਹਨੇ ਫੋਨ ਕੰਧ 'ਚ ਮਾਰਤਾ ਚਲਾ ਕੇ। ਅੱਛਾ, ਬਿਲਕੁਲ ਸਕਰੀਨ ਤੋੜਤੀ ਉਹਦੀ। ਮਤਲਬ ਲੱਗਦਾ ਹੈ ਵੀ ਕੋਈ ਆਪਣਾ ਗੁਨਾਹ ਛੁਪਾ ਰਹੀ ਸੀ, ਹੋ ਸਕਦਾ ਸੀ ਕੋਈ ਬॉयਫ੍ਰੈਂਡ ਵਗੈਰਾ ਕੋਈ। ਜਿੱਥੋਂ ਤੱਕ ਇੱਕ ਵਾਰੀ ਮੈਂ ਫੋਨ 'ਚ ਵੀ ਸੁਣਿਆ ਸੀਗਾ, ਮੁੰਡੇ ਨਾਲ ਗੱਲਾਂ ਕਰਦੀ ਸੀਗੀ, ਉਹਨੂੰ ਕਹਿੰਦੀ ਵੀ ਤੂੰ ਵਿਆਹ ਕਰਾ ਲਾ। ਕਹਿੰਦਾ ਨਹੀਂ, ਜਦੋਂ ਤੇਰੇ ਵਰਗੀ ਮਿਲੀ ਫਿਰ ਦੇਖੂੰਗਾ। ਪਰ ਅਸੀਂ ਮਨ 'ਚ ਬਿਲਕੁਲ ਨਹੀਂ ਸੀ ਲਿਆਂਦਾ। ਮੇਰੇ ਵੀ ਬੇਟੀ ਆ ਘਰ 'ਚ, ਉਹ ਵੀ ਕਿਸੇ ਦੀ ਬੇਟੀ ਸੀ, ਇਸ ਕਰਕੇ ਮੈਂ ਨਹੀਂ ਮਨ 'ਚ ਲਿਆਂਦਾ ਵੀ ਇਹ ਇਸ ਤਰ੍ਹਾਂ ਸਾਡੇ ਨਾਲ ਕਰ ਦੂਗੀ। ਮੈਨੂੰ ਤਾਂ ਪਹਿਲਾਂ ਬੇਟੇ ਮੇਰੇ ਨੇ ਫੋਟੋ ਵੀ ਦਿਖਾਈਆਂ 2-3, ਮੇਰਾ ਮਨ, ਮੈਂ ਬੈਠ ਗਈ ਮੰਜੇ 'ਤੇ, ਮੈਂ ਕਿਹਾ ਵੀ ਇਸ ਤਰ੍ਹਾਂ ਕਰ ਨਹੀਂ ਸਕਦੀ। ਤੇ ਪਰ ਜਦੋਂ ਉਹਨੇ ਦੂਸਰੀਆਂ, ਉਹ ਜਦੋਂ ਉਹਨਾਂ ਨੇ ਕਿਹਾ ਤਲਾਕ ਬਾਬਤ, ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਹਾਂ ਜਿਹੜਾ ਆਪਣਾ ਸਮਾਜ ਹੈ, ਆਪਣਾ ਜੋ ਪੇਂਡੂ ਸੱਭਿਆਚਾਰ ਹੈ, ਉਹਦੇ ਵਿੱਚ ਇਹੋ ਜਿਹਾ ਕੁਝ ਦੇਖਿਆ ਹੀ ਨਹੀਂ ਸੀ ਪਹਿਲਾਂ ਕਦੇ ਵੀ ਵਿਆਹ ਤੋਂ ਬਾਅਦ। ਹਾਂਜੀ ਬਿਲਕੁਲ ਨਹੀਂ ਸੀ ਦੇਖਿਆ, ਪਰ ਬਾਅਦ ਦੇ ਵਿੱਚ ਹੀ ਇਹਦੇ ਕੋਲ ਸਾਰਾ ਕੁਛ ਆਇਆ। ਕੁਛ ਨਹੀਂ ਕਹਿ ਸਕਦੇ, ਕੀ ਕਰਨਾ। ਮੇਰਾ ਬੇਟਾ ਤਾਂ ਉਹ ਲੈ ਗਈ ਆ। ਮੈਂ ਹੁਣ ਦੱਸੋ ਵੀ ਮੈਨੂੰ ਇਨਸਾਫ ਚਾਹੀਦਾ, ਮੈਂ ਕੀ ਕਰਾਂ। ਮੈਂ ਉਹਨੂੰ ਬਿਲਕੁਲ ਖੁੱਲ੍ਹੀ ਛੁੱਟੀ ਦੇ ਦਿੱਤੀ ਸੀ। ਸਾਨੂੰ ਵਿਆਹ ਦਾ ਵੀ ਪਤਾ ਲੱਗਦਾ ਸੀਗਾ। ਹੱਥ ਬੰਨ੍ਹ ਤੇ ਮੈਂ ਕਿਹਾ ਸਾਡੀ ਬੇਟੀ ਸਾਡੇ ਕੋਲੇ ਆ, ਸਾਡੀ ਬੱਚੀ ਸਾਡੇ ਕੋਲੇ ਆ। ਮੈਂ ਜਤਿੰਦਰ ਨੂੰ ਕਿਹਾ, ਮੈਂ ਕਿਹਾ ਜਤਿੰਦਰ, ਜੇ ਉਹ ਤਲਾਕ ਮੰਗਦੀ, ਉਹ ਜਿੱਥੇ ਉਹ ਵਸਦੀ, ਉਹਨੇ ਵਸਣਾ ਤਾਂ ਹੁਣ ਉੱਥੇ ਹੀ ਆ, ਆਪਣੇ ਉਹਨੇ ਵਸਣਾ ਨਹੀਂ। ਤੂੰ ਇਹਨੂੰ ਤਲਾਕ ਦੇ ਦੇ, ਆਪਣੀ ਬੱਚੀ ਆਪਣੇ ਕੋਲੇ ਆ, ਠੀਕ ਹੈ, ਤਲਾਕ ਦੇ ਦੇ। ਮੈਂ ਕੋਈ ਫੋਟੋ ਨਹੀਂ ਸੀ ਲਿਆ, ਕੁਛ ਨਹੀਂ। ਪਰ ਮੈਂ ਅੱਜ ਇਨਸਾਫ, ਬਿਲਕੁਲ ਇਨਸਾਫ ਚਾਹੀਦਾ ਮੈਨੂੰ, ਵੀ ਉਹ ਵੀ ਜੇਲ੍ਹ ਦੇ ਅੰਦਰ ਹੋਣੀ ਚਾਹੀਦੀ ਹੈ। ਜਿਹਨੇ ਮੇਰੇ ਬੇਟੇ ਨੂੰ ਛੱਡ ਕੇ ਵਿਆਹ ਵੀ ਕਰਾਇਆ, ਉਹਦੀ ਬੱਚੀ ਵੀ ਛੀਣ ਕੇ ਲੈ ਗਈ, ਅੱਜ ਉਹਦੀ ਜਾਨ ਵੀ ਉਹਨੇ ਲੈ ਲਈ ਆ। ਮੇਰੇ ਕੋਲੇ ਕੁਛ ਨਹੀਂ ਰਿਹਾ ਗਾ। ਦੋਸਤੋ, ਇੱਕ ਦੁਖੀ ਮਾਂ ਜੋ ਆਪਣੇ ਹੰਝੂਆਂ ਨਾਲ ਇਨਸਾਫ ਦੀ ਮੰਗ ਕਰ ਰਹੀ ਹੈ,
ਮਾਤਾ ਜੀ ਉੱਥੇ ਹੀ ਇਹ ਵੀ ਗੱਲ ਸਾਹਮਣੇ ਆਈ ਹੈ, ਜਿਵੇਂ ਸਾਨੂੰ ਪਤਾ ਲੱਗਿਆ, ਹੈਰੀ ਭਾਜੀ ਨੇ ਵੀ ਦੱਸਿਆ ਕਿ ਜਿਨ੍ਹਾਂ ਨੇ ਸਾਰੀ ਇਨਵੈਸਟੀਗੇਸ਼ਨ ਕਰਕੇ ਪ੍ਰੂਫ ਦਿੱਤੇ ਸੀ ਕਿ ਜਿਹੜੇ ਮੁੰਡੇ ਨਾਲ ਤੁਹਾਡੀ ਨੂੰਹ ਨੇ ਹੁਣ ਵਿਆਹ ਕਰਾਇਆ ਉਹ ਇੱਕ ਮਤਲਬ ਗੁਨਾਹਗਾਰ ਵਿਅਕਤੀ ਦਾ ਇਨਸਾਨ ਹੈ, ਵੀ ਕਾਫੀ ਗੁਨਾਹ ਕਰਦਾ ਰਿਹਾ, ਆਪਣੇ ਪਰਿਵਾਰ ਤੋਂ ਵੀ ਬੇਦਖਲ ਕੀਤਾ ਹੋਇਆ ਉਹ, ਅਤੇ ਉਹਦੀਆਂ ਕੁਝ ਅਜਿਹੀਆਂ ਵੀਡੀਓਜ਼ ਵੀ ਸਾਡੇ ਸਾਹਮਣੇ ਆਈਆਂ ਨੇ। ਜੇਕਰ ਮਰਿਆਦਾ ਦੇ ਵਿੱਚ ਹੋਈਆਂ ਤਾਂ ਜ਼ਰੂਰ ਦੋਸਤੋ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ ਕਿ ਉਹ ਅਜਿਹਾ ਨਸ਼ਾ ਵੀ ਉਹਨਾਂ ਵੀਡੀਓਜ਼ ਦੇ ਵਿੱਚ ਕਰ ਰਿਹਾ ਜਿਹੜਾ ਕਿ ਕਾਨੂੰਨੀ ਤੌਰ 'ਤੇ ਬੰਦ ਹੈ ਜੀ, ਜਿਹੜੇ ਨਸ਼ੇ 'ਤੇ ਵੱਡੀ ਸਜ਼ਾ ਮਿਲਦੀ ਹੈ ਜੇਕਰ ਕਿਸੇ ਕੋਲ ਉਹ ਨਸ਼ਾ ਫੜਿਆ ਜਾਂਦਾ ਹੈ। ਉਹ ਨਸ਼ਾ ਕਰਦਾ ਹੋਇਆ ਉਹ ਮੁੰਡਾ ਦਿਖਾਈ ਦੇ ਰਿਹਾ ਜਿਹਦੇ ਨਾਲ ਤੁਹਾਡੀ ਨੂੰਹ ਨੇ ਦੂਜਾ ਵਿਆਹ ਕਰਾਇਆ ਬਿਨਾਂ ਤੁਹਾਡੇ ਬੇਟੇ ਨੂੰ ਤਲਾਕ ਦਿੱਤੇ। ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਹਾਂ ਕਿ ਤੁਹਾਡੇ ਬੇਟੇ ਦੀ ਮੌਤ ਦਾ ਕਾਰਨ ਵੀ ਉਹੀ ਹੈ। ਅਤੇ ਤੁਹਾਡੇ ਕੋਲ ਕਦੇ ਇਸ ਤਰ੍ਹਾਂ ਸਾਹਮਣੇ ਆਇਆ, ਕਿਉਂਕਿ ਸਾਨੂੰ ਇਹ ਵੀ ਪਤਾ ਲੱਗਿਆ ਕਿ ਹੋ ਸਕਦਾ ਹੈ ਤੁਹਾਡੀ ਨੂੰਹ ਦੇ ਵੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਲਿੰਕ ਹੋਣ ਜਿਹੜੇ ਗੈਂਗਸਟਰ ਨੇ, ਠੀਕ ਹੈ ਜੀ, ਜਿਹੜੇ ਬਦਮਾਸ਼ ਬਿਰਤੀ ਦੇ ਲੋਕ ਨੇ, ਹੈ ਨਾ, ਜਿਹੜੇ ਮਤਲਬ ਕਾਨੂੰਨ ਨੂੰ ਤੋੜਨਾ ਆਪਣੀ ਮਤਲਬ ਸ਼ਾਨ ਸਮਝਦੇ ਨੇ, ਅਤੇ ਕਿਤੇ ਨਾ ਕਿਤੇ ਉਹਦੇ ਮੁੰਡੇ ਦੇ ਵੀ ਲਿੰਕ ਹੋ ਸਕਦੇ ਨੇ ਜਿਹਦੇ ਨਾਲ ਤੁਹਾਡੀ ਨੂੰਹ ਨੇ ਵਿਆਹ ਕਰਵਾਇਆ। ਕੀ ਤੁਹਾਨੂੰ ਕਦੇ ਪਤਾ ਲੱਗਿਆ, ਕਦੇ ਫੋਨ ਸੁਣਿਆ ਹੋਵੇ ਜਾਂ ਤੁਹਾਡੇ ਬੇਟੇ ਨੇ ਦੱਸਿਆ ਹੋਵੇ ਕਿ ਇਸ ਤਰ੍ਹਾਂ ਉਹਨੂੰ ਜਾਨੋਂ ਮਾਰਨ ਦੀਆਂ ਜਾਂ ਹੋਰ ਥ੍ਰੈਡ ਕਾਲਸ ਆ ਰਹੀਆਂ ਨੇ, ਧਮਕੀਆਂ ਆ ਰਹੀਆਂ ਨੇ? ਨਹੀਂ, ਇੰਨਾ ਨਹੀਂ, ਮੈਨੂੰ ਵੈਸੇ ਕਹਿ ਰਿਹਾ ਸੀਗਾ, ਕਹਿੰਦਾ ਮੰਮੀ ਬਈ ਮੈਨੂੰ ਇਸ ਤਰ੍ਹਾਂ ਆਪਣੇ ਨਾਲ ਕਰਕੇ ਗਈ ਹੈ ਕਿ ਨਾ, ਉਹਨੂੰ ਰੱਬ ਨੇ ਸਜ਼ਾ ਦੇ ਦੇਣੀ, ਜਿਹੜੇ ਮੁੰਡੇ ਨਾਲ ਉਹਨੇ ਵਿਆਹ ਕਰਾਇਆ ਕਿ ਨਾ ਉਹ ਬਹੁਤ ਹੀ ਜ਼ਿਆਦਾ ਬਦਮਾਸ਼ ਹੈ। ਇਸ ਤੋਂ ਸਾਨੂੰ ਹੁਣ ਲੱਗਦਾ ਹੈ ਵੀ ਬੱਚੀ ਦਾ ਤਾਂ ਉਹਨੂੰ ਜ਼ਰੂਰ ਸੀਗਾ ਹੀ, ਪਰ ਉਹਨੂੰ ਉੱਧਰੋਂ ਕੁਛ ਨਾ ਕੁਛ ਹੋ ਰਿਹਾ ਸੀਗਾ ਜਿਹੜਾ ਕਿ ਉਹ ਤਿਆਰ ਹੁੰਦਾ ਸੀ ਇਸ ਕੰਮ ਕਰਨ ਨੂੰ। ਜਿਵੇਂ ਕਿ ਉਹ ਮੀਡੀਆ 'ਚ ਕਹਿੰਦਾ ਸੀਗਾ ਵੀ ਮੈਂ ਉਹ 'ਤੇ PTC ਨਿਊਜ਼ 'ਤੇ ਵੀ ਆ, ਮੇਰੀ ਗੱਲ ਵੀ ਆ ਉਹਨਾਂ ਨਾਲ, ਮੈਂ ਸਾਰੀਆਂ ਖਬਰਾਂ ਸਾਰੀਆਂ ਫੋਟੋ ਲਾਉਣੀਆਂ ਹੀ ਆ। ਫਿਰ ਉਹ ਇੱਕ ਐਲਬਮ ਵੀ ਗੁੜੀਆ ਕੋਲੇ ਸੀਗੀ, ਉਹ ਵੀ ਮੰਗਵਾ ਲਈ ਸੀ। ਫਿਰ ਉਹ ਇੱਕਦਮ ਚੁੱਪ ਕਿਉਂ ਹੋ ਗਿਆ ਵੀ ਮੈਂ ਕੁਛ ਲਾਉਣਾ ਹੀ ਨਹੀਂ। ਇਹ ਕਿਤੇ ਨਾ ਕਿਤੇ ਮਤਲਬ ਤੁਹਾਡਾ ਵੀ ਮੱਥਾ ਉਸ ਵੇਲੇ ਠਣਕਿਆ, ਜਿਵੇਂ ਤੁਸੀਂ ਕਹੇ ਹੋ ਵੀ ਅਦਾਲਤ ਵਿੱਚ ਵੀ ਪਹਿਲਾਂ ਤਾਂ ਉਹ ਮਤਲਬ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਬੇਟੇ ਦੀ ਜਾਨ ਸੀ ਉਹਦੀ ਬੇਟੀ, ਅਤੇ ਇੱਕਦਮ ਉਹਨੇ ਅਦਾਲਤ ਦੇ ਵਿੱਚ ਜਾ ਕੇ ਸਾਈਨ ਵੀ ਕਰ ਦਿੱਤੇ ਕਿ ਆਪਣੀ ਬੇਟੀ ਦੀ ਕਸਟਡੀ ਉਹਦੀ ਮਾਂ ਨੂੰ ਦਿੱਤੀ ਜਾਵੇ। ਉਸ ਵੇਲੇ ਤੁਹਾਡਾ ਮੱਥਾ ਠਣਕਿਆ? ਹਾਂ, ਇੱਥੋਂ ਨਾ ਘਰੋਂ ਮੈਨੂੰ ਕਹਿ ਕੇ ਤੁਰਿਆ ਬਈ ਡੈਡੀ ਆਪਾਂ ਸਾਈਨ ਨਹੀਂ ਕੁਛ ਨਹੀਂ ਕਰਨਾ ਅਤੇ ਆਪਾਂ ਬੱਚੀ ਲਿਆਉਣੀ ਆ। ਤੁਸੀਂ ਉਸ ਵੇਲੇ ਨਾਲ ਸੀਗੇ? ਮੈਂ ਨਾਲ ਸੀਗਾ ਜੀ। ਕੀ ਰਸਤੇ ਦੇ ਵਿੱਚ ਕੋਈ ਫੋਨ ਆਇਆ ਹੋਵੇ ਜਾਂ ਕਿਤੇ? ਨਹੀਂ ਆਇਆ ਜੀ, ਉੱਥੇ ਜਾ ਕੇ ਫੋਨ ਆਇਆ, ਇਹਨੇ ਪਰੇ ਹੋ ਕੇ ਮੇਰੇ ਤੋਂ ਦੂਰ ਹੋ ਕੇ ਸੁਣਿਆ ਅਤੇ ਮੇਰੇ ਕੋਲ ਆ ਕੇ ਕਹਿੰਦਾ ਵੀ ਡੈਡੀ ਤੂੰ ਸਾਈਨ ਨਹੀਂ ਕਰਨੇ, ਸਾਈਨ ਕਰਨੇ ਆ, ਤੂੰ ਬੋਲਣਾ ਨਹੀਂ ਬਿਲਕੁਲ ਵੀ। ਅਤੇ ਮਤਲਬ ਉਹ ਫੋਨ ਆਇਆ, ਉਹ ਫੋਨ ਦੇ ਬਾਅਦ 'ਚ ਇੱਕਦਮ ਬਦਲ ਗਿਆ? ਕਾਰਡ ਦੀ ਫੋਟੋ ਕਾਪੀ ਵੀ ਉੱਥੇ ਜਾ ਕੇ ਕਰਾ ਕੇ ਲਿਆ ਕੇ ਮੈਨੂੰ ਆ ਸਾਈਨ ਕਰ ਦੇ ਅਤੇ ਬੋਲਣਾ ਨਹੀਂ ਤੂੰ। ਮੈਂ ਤਾਂ ਉਹਦੀ ਮੰਨਣੀ ਸੀ ਬੱਚੇ ਦੀ। ਕੀ ਉਸ ਵੇਲੇ ਕਦੇ ਇਸ ਤਰ੍ਹਾਂ ਦਾ ਲੱਗਿਆ ਸੀ, ਕਿਉਂਕਿ ਤੁਹਾਡਾ ਵੀ ਜ਼ਿੰਦਗੀ ਦਾ ਤਜਰਬਾ, ਕਿ ਸਾਡੀ ਉਹ ਨੂੰਹ ਜਿਹਨੂੰ ਕਿ ਆਪਣੇ ਵੰਸ਼ ਨੂੰ ਅੱਗੇ ਵਧਾਉਣ ਦੇ ਲਈ ਆਪਣੀ ਇੱਕ ਧੀ ਬਣਾ ਕੇ ਘਰੇ ਲੈ ਕੇ ਆਏ ਸੀ, ਕਿ ਮੇਰੇ ਪੁੱਤ ਦੀ ਹੀ ਮੌਤ ਦਾ ਕਾਰਨ ਬਣੂਗੀ ਇੱਕ ਦਿਨ? ਨਹੀਂ ਜੀ, ਇਹ ਤਾਂ ਨਹੀਂ ਲੱਗਿਆ ਸੀਗਾ। ਬਾਕੀ ਆ ਗੱਲਾਂ 'ਚੋਂ ਮੈਨੂੰ ਉਦੋਂ ਮੇਰਾ ਮੱਥਾ ਠਣ ਗਿਆ ਵੀ ਇਹ ਜਿਹੜਾ ਮੁੰਡਾ ਹੁਣ ਇੱਥੇ ਆ ਕੇ ਮੈਨੂੰ ਕਹਿ ਰਿਹਾ ਸਾਈਨ ਕਰਦੇ, ਵੀ ਕੋਈ ਗੱਲ ਜ਼ਰੂਰ ਆ ਵਿੱਚ। ਮੈਂ ਪੁੱਛਿਆ ਪਰ ਮੈਨੂੰ ਦੱਸਿਆ ਨਹੀਂ ਉਹਨੇ। ਮੈਂ ਕੋਈ ਗੱਲ ਆ ਤਾਂ ਮੈਨੂੰ ਦੱਸ। ਕਹਿੰਦਾ ਨਹੀਂ ਡੈਡੀ ਕੋਈ ਗੱਲ ਨਹੀਂ। ਜੀ ਉਹ ਤੋਂ ਬਾਅਦ 'ਚ ਜਿਵੇਂ ਹੁਣ ਤੁਹਾਡੇ ਬੇਟੇ ਨੇ ਸੁਸਾਈਡ ਕਿੰਨੀ ਤਰੀਕ ਨੂੰ ਸੁਸਾਈਡ ਹੋਈ ਹੈ ਜੋ ਮੰਦਭਾਗੀ ਘਟਨਾ ਘਟੀ ਹੈ? 13 ਤਰੀਕ ਨੂੰ ਸੁਸਾਈਡ ਕੀਤਾ ਇਹਨੇ। 13 ਤਰੀਕ ਨੂੰ ਮੈਨੂੰ ਇਹਨੇ ਪਿੰਡੋਂ ਲੈਣ ਜਾਣਾ ਸੀ, ਮੈਂ ਪਿੰਡ ਗਈ ਵੀ ਸੀਗੀ। ਮੈਨੂੰ ਕਹਿੰਦਾ ਸੀ ਮੰਮੀ ਮੈਂ ਲੈ ਜਾਊਂਗਾ, ਮੇਰਾ ਆਪਰੇਸ਼ਨ ਹੋਣਾ ਲੱਤ ਦਾ, ਕਹਿੰਦਾ ਮੈਂ ਡਾਕਟਰ ਨੂੰ ਮਿਲ ਕੇ ਅਤੇ ਫਿਰ ਤੈਨੂੰ ਲੈ ਕੇ ਜਾਊਂਗਾ। ਫਿਰ ਮੈਨੂੰ ਕਹਿੰਦਾ ਵੀ ਮੈਂ ਅਹਿਮਦਗੜ੍ਹ ਆ ਮੰਮੀ, ਮੈਨੂੰ ਅੱਜ ਕੰਮ ਹੋ ਗਿਆ ਵੀ ਮੈਂ ਅੱਜ ਆ ਨਹੀਂ ਸਕਦਾ। ਅੱਛਾ ਜੀ, ਮਤਲਬ ਜਿਸ ਦਿਨ ਸੁਸਾਈਡ ਕੀਤਾ ਉਹ? ਹਾਂਜੀ, ਉਸੇ ਦਿਨ ਦਾ। ਪਤਾ ਨਹੀਂ ਉਹਨੂੰ ਪਤਾ ਸੀਗਾ ਵੀ ਮੈਂ ਆਹ ਕੁਛ ਕਰਨਾ ਹੈ। ਮੈਂ ਇਹਨਾਂ ਨੂੰ ਵੀ ਫੋਨ ਕੀਤਾ, ਮੈਂ ਕਿਹਾ ਮੈਨੂੰ ਸ਼ਨੀਵਾਰ ਨੂੰ ਲੈ ਜਾਓ ਆ ਕੇ। ਉਹਨਾਂ ਨੂੰ ਕਹਿੰਦਾ ਨਾ ਨਾ ਤੁਸੀਂ ਨਹੀਂ ਲੈ ਕੇ ਆਉਣਾ, ਮੈਂ ਹੀ ਲੈ ਕੇ ਆਊਂ ਮੰਮੀ ਨੂੰ। ਕੀ ਤੁਸੀਂ ਕੋਈ ਜਿਵੇਂ ਪੁਲਿਸ ਇਨਵੈਸਟੀਗੇਸ਼ਨ ਆ ਉਹ 'ਚ ਮੰਗ ਕੀਤੀ ਹੈ ਕਿ ਉਸ ਦਿਨ ਜਦੋਂ ਉਹਨੇ ਸੁਸਾਈਡ ਕੀਤਾ ਉਸ ਦਿਨ ਦੀਆਂ ਫੋਨ ਡਿਟੇਲ ਕਢਾਈ ਜਾਵੇ? ਹੋ ਸਕਦਾ ਹੈ ਤੁਹਾਡੀ ਨੂੰਹ ਨੇ ਜਾਂ ਕਿਸੇ ਨੇ ਉਸ ਦਿਨ ਕੋਈ ਅਜਿਹੀ ਗੱਲ ਉਹਨੂੰ ਕਹੀ ਹੈ, ਅਜਿਹਾ ਫੋਨ ਕੀਤਾ ਕਿ ਜਿਹਦੇ ਕਰਕੇ ਇੱਕਦਮ ਉਹਨੇ ਸਟੈਪ ਚੱਕਿਆ। ਕਿਉਂਕਿ ਆਪਾਂ ਕਹਿ ਸਕਦੇ ਹਾਂ ਵੈਸੇ ਬਹੁਤ ਮੰਦਭਾਗੀ ਘਟਨਾ ਇਹ ਜੀ ਕਿਸੇ ਨਾਲ ਵੀ ਨਾ ਘਟੇ ਜ਼ਿੰਦਗੀ ਦੇ ਵਿੱਚ। ਅਤੇ ਜਦੋਂ ਉਸਨੇ ਆਪਣੀ ਬੇਟੀ ਦੀ ਕਸਟਡੀ ਦਿੱਤੀ, ਦੇਖਿਆ ਜਾਵੇ ਤਾਂ ਉਸ ਦਿਨ ਵੀ ਬਹੁਤ ਵੱਡਾ ਦੁੱਖ ਸੀ, ਪਰ 13 ਤਰੀਕ ਨੂੰ ਸੁਸਾਈਡ ਕਰਨਾ ਕੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਉਸ ਦਿਨ ਤੁਹਾਡੀ ਨੂੰਹ ਨੇ ਜਾਂ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਉਹਨੂੰ ਫੋਨ ਕੀਤਾ ਹੋਵੇ, ਜਾਂ ਹੋ ਸਕਦਾ ਸਾਹਮਣੇ ਆ ਕੇ ਮਿਲਿਆ ਹੋਵੇ? ਲੱਗਦਾ ਹੈ ਕੁਝ? ਹੋ ਸਕਦਾ ਜੀ।
ਜਦੋਂ ਇੱਥੋਂ ਘਰੋਂ ਮੇਰੇ ਕੋਲੋਂ ਬਿਲਕੁਲ ਸਹੀ ਗਿਆ, ਖੁਸ਼ ਗਿਆ, ਮੇਰੇ ਕੋਲ ਪੁੱਛ ਕੇ ਗਿਆ ਡੈਡੀ ਦਵਾਈ ਦੂਈ ਤਾਂ ਨਹੀਂ ਕੋਈ ਲਿਆਉਣੀ। ਮੈਂ ਕਿਹਾ ਨਹੀਂ ਪੁੱਤ ਦਵਾਈ ਤਾਂ ਹੈਗੀ ਆ ਮੇਰੇ ਕੋਲੇ। ਤੇ 4 ਵਜੇ ਮੈਨੂੰ ਫੋਨ ਆਉਂਦਾ, ਕਹਿੰਦਾ ਡੈਡੀ ਜੀ ਮੇਰਾ ਗੱਲ ਕਰਨ ਨੂੰ ਦਿਲ ਕਰਦਾ ਹੈ। ਤੇ 2 ਗੱਲਾਂ ਕੀਤੀਆਂ, ਫੋਨ ਕੱਟਤਾ। ਇਹ 4:30 ਵਜੇ ਫੋਨ ਆਇਆ ਤੇ ਕਹਿੰਦਾ ਡੈਡੀ ਮੈਂ ਦਵਾਈ ਖਾ ਲਈ ਆ। ਉਹ ਤੋਂ ਬਿਨਾ ਕੋਈ ਹੋਰ ਗੱਲ ਹੋਈ? ਹੋਰ ਕੋਈ ਗੱਲ ਨਹੀਂ ਕਰੀ। ਮੈਂ ਪੁੱਛਿਆ ਵੀ ਕਿੱਥੇ ਆ? ਰਾਜ ਤਾਂ ਮੈਂ ਲੈ ਕੇ ਗਿਆ, ਦੱਸਤਾ ਹੀ ਉਹਨੇ, ਕਹਿੰਦਾ ਵੀ ਕਚਹਿਰੀਆਂ ਕੋਲੇ ਆ। ਤੇ ਜਦੋਂ ਲੈ ਕੇ ਗਿਆ ਰਾਹ ਦੇ ਵਿੱਚ ਬਸ ਲੁਧਿਆਣੇ ਨੇੜੇ ਜਾ ਕੇ ਇੱਕ ਵਾਰੀ ਡੈਡੀ ਗਿਆ, ਉਹਨੇ ਮੁੜ ਕੇ ਬੋਲਿਆ ਨਹੀਂ। ਪੁਲਿਸ ਜਾਂਚ ਸ਼ੁਰੂ ਹੋਈ ਹੈ? ਪੁਲਿਸ ਆਈ ਹੈ? ਤੁਹਾਡੇ ਬਿਆਨ ਵਗੈਰਾ ਲਿਖੇ ਕੁਛ ਨੇ? ਨਹੀਂ ਕਰ ਰਹੀ ਪੁਲਿਸ, ਬਿਲਕੁਲ ਨਹੀਂ ਕਰ ਰਹੀ ਗੀ। ਰਿਪੋਰਟਾਂ ਲਿਖੀਆਂ, ਸਾਰਾ ਕੁਝ ਕੀਤਾ ਹੈ। ਨਾ ਪੁਲਿਸ ਸਾਡੇ ਘਰ ਤੱਕ ਆਈ ਹੈ, ਨਾ ਪੁਲਿਸ ਉੱਥੋਂ ਤੱਕ ਗਈ ਹੈ। ਦੇਖ ਲਓ ਅੱਜ ਭੋਗ ਪੈ ਗਿਆ, 10 ਦਿਨ ਹੋ ਗਏ ਆ। ਚਲੋ ਜੇ ਸੋਮਵਾਰ ਦਾ ਨਿਕਲ ਗਿਆ, 9 ਵਾਰ ਮੰਗਲਵਾਰ ਦਾ ਸਾਰਾ ਕੁਝ ਹੋਇਆ ਪਿਆ। 14 ਤਰੀਕ ਦਾ ਪਰਚਾ ਦਿੱਤਾ ਜੀ। ਤੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ, ਕੁਝ ਸਾਨੂੰ ਨਹੀਂ ਪੁੱਛਿਆ, ਕੁਝ ਉਹਨਾਂ ਨੇ ਮੋਬਾਈਲ ਨਹੀਂ ਪੁੱਛਿਆ ਵੀ ਉਹਦੇ ਮੋਬਾਈਲ ਦੇ ਵਿੱਚ ਕੁਝ ਹੈਗਾ ਅਸੀਂ ਕਢਾਈਏ। ਉਹਨਾਂ ਤੋਂ ਬਿਨਾਂ ਤਾਂ ਨਿਕਲਣਾ ਨਹੀਂ ਮੋਬਾਈਲ ਚੋਂ, ਲੇਕਿਨ ਅਸੀਂ ਕਢਾਉਣਾ ਚਾਹੁੰਦੇ ਹਾਂ। ਉਹਦੇ ਦੋਨਾਂ ਮੋਬਾਈਲਾਂ ਦੇ ਵਿੱਚੋਂ ਸਾਰਾ ਕੁਝ ਕਢਾਉਣਾ ਚਾਹੁੰਦੇ ਹਾਂ ਵੀ ਸਾਨੂੰ ਵੀ ਪਤਾ ਲੱਗੇ ਵੀ ਉਹਨੂੰ ਉਦੋਂ ਫੋਨ ਆਇਆ ਹੈ ਜਾਂ ਅੱਗੋਂ ਪਿੱਛੋਂ ਵੀ ਉਹਨੂੰ ਕੋਈ ਫੋਨ ਆਇਆ ਹੈ ਵੀ ਜਿਹੜਾ ਉਹ ਇਸ ਤਰ੍ਹਾਂ ਹੋਇਆ ਵੇ ਸੀਗਾ। ਤੁਸੀਂ ਜਾ ਕੇ ਪੁਲਿਸ ਕੋਲ ਪਤਾ ਕੀਤਾ ਵੀ ਕੇਸ ਦੇ ਵਿੱਚ ਕੀ ਕਰ ਰਹੇ ਹੋ? ਹਾਂਜੀ, ਰੋਜ਼ ਪਤਾ ਕਰਦੇ ਆ, ਜਾ ਕੇ ਰੋਜ਼ ਕਰਦੇ ਆ। ਕੀ ਕਹਿੰਦੇ ਨੇ ਅੱਗੇ? ਬਸ ਉਹਨਾਂ ਨੇ ਪਹਿਲਾਂ ਤਾਂ 4 ਦਿਨ ਛੁੱਟੀ ਤੇ ਚਲੇ ਗਏ। ਅੱਛਾ ਜੀ, ਮਤਲਬ ਜਿਹੜਾ ਤੁਹਾਡਾ ਕੇਸ ਦੇਖ ਰਿਹਾ ਸੀ ਉਹ ਛੁੱਟੀ ਤੇ ਚਲੇ ਉਹ ਗਏ? ਛੁੱਟੀ ਤੇ ਚਲੇ ਗਏ। ਸਾਨੂੰ ਪਤਾ ਲੱਗਾ ਵੀ ਉਹਨਾਂ ਨੂੰ ਚੰਗੀ ਕੋਈ ਸਿਫਾਰਿਸ਼ ਪੈ ਰਹੀ ਆ, ਬਾਕੀ ਉਹਨਾਂ ਨੇ ਪੈਸਾ ਖਾਧਾ। ਅੱਛਾ ਜੀ। ਹਾਂਜੀ। ਤੁਹਾਡੇ ਕੋਲੋਂ ਵੀ ਕੋਈ ਰਿਸ਼ਵਤ ਦੀ ਮੰਗ ਕੀਤੀ ਹੋਵੇ? ਕਿਉਂਕਿ ਸਾਨੂੰ ਪਤਾ ਲੱਗਿਆ ਸੀਗਾ ਵੀ ਤੁਹਾਨੂੰ ਕਹਿ ਰਹੇ ਨੇ ਵੀ ਗੱਡੀ ਦਿਓ, ਅਸੀਂ ਰੇਡ ਕਰਦੇ ਹਾਂ ਉਹਨਾਂ ਨੂੰ। ਗੱਡੀ ਕਰਾ ਕੇ ਦਿਓ, ਬੰਦਾ ਤੁਹਾਡਾ ਨਾਲ ਜਾਵੇ, ਫਿਰ ਅਸੀਂ ਉੱਥੇ ਜਾ ਕੇ ਉਹਨਾਂ ਬੰਦਿਆਂ ਨੂੰ ਚੱਕ ਕੇ ਲਿਆਉਣਾ। ਇਹ ਤੁਸੀਂ ਮੁੜ ਕੇ ਸਵਾਲ ਨਹੀਂ ਕੀਤਾ ਕਿ ਗਵਰਨਮੈਂਟ ਇੰਨੀਆਂ ਵਧੀਆ ਤੁਹਾਨੂੰ ਗੱਡੀਆਂ, ਅਪਗ੍ਰੇਡਡ ਗੱਡੀਆਂ ਮੁਹੱਈਆ ਕਰਵਾ ਰਹੀ ਹੈ, ਇਸੇ ਕਾਰਨ ਕਰਕੇ ਕਿ ਕੋਈ ਅਪਰਾਧੀ ਗੁਨਾਹ ਕਰਦਾ ਹੈ ਤਾਂ ਉਹਨੂੰ ਦਬੋਚਿਆ ਜਾ ਸਕੇ? ਫਿਰ ਵੀ ਇੱਕ ਪੀੜਤ ਪਰਿਵਾਰ ਜਿਨ੍ਹਾਂ ਦਾ ਜਵਾਨ ਪੁੱਤ ਬੁਢਾਪੇ ਦਾ ਸਹਾਰਾ ਚਲਿਆ ਗਿਆ, ਉਹਨਾਂ ਨੂੰ ਕਹਿਣ ਲੱਗੇ, ਵੈਸੇ ਤਾਂ ਦੋਸਤੋ ਇੱਥੇ ਤੁਸੀਂ ਵੀ ਜਾਣਦੇ ਹੋ ਕਿ ਉਹਨਾਂ ਖਾਕੀ ਵਰਦੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਅਜਿਹੀ ਗੱਲ ਇਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਗੱਡੀ ਕਰਾ ਕੇ ਦਿਓ। ਤੇ ਉਹ ਤੋਂ ਬਾਅਦ 'ਚ ਤੁਸੀਂ ਕੀ ਜਵਾਬ ਦਿੱਤਾ? ਕੀ ਗੱਲਬਾਤ ਉਹਨਾਂ ਨੇ ਫਿਰ ਮੋੜ ਕੇ ਨਹੀਂ, ਉਹ ਕਹਿੰਦੇ ਸੀਗੇ ਮੇਰੇ ਭਰਾ ਹੀ ਸੀਗਾ ਉਹਨੇ ਲੈ ਕੇ ਜਾਣਾ। ਮੈਂ ਕਿਹਾ ਵੀ ਅਸੀਂ ਨਹੀਂ ਜਾਣਾ ਤੇ ਨਾ ਮੈਂ ਉਹਨਾਂ ਨੂੰ ਭੇਜਣਾ, ਕਿਉਂਕਿ ਉਸ ਮੇਰੇ ਭਰਾ ਦਾ ਵੀ ਨਾਂ ਲਿਖਾਇਆ ਹੋਇਆ ਸੀ ਉਹਨਾਂ ਨੇ ਪਹਿਲਾਂ ਕੇਸ ਦੇ ਵਿੱਚ। ਮੈਂ ਕਿਹਾ ਵੀ ਅਸੀਂ ਨਹੀਂ ਜਾਣ ਦੇਣਾਗਾ ਬਿਲਕੁਲ ਵੀ। ਪਰ ਫਿਰ ਵੀ ਇਹਨਾਂ ਨੇ ਮੈਨੂੰ ਨਹੀਂ ਦੱਸਿਆਗਾ। ਵਕੀਲ ਸਾਹਿਬ ਵੀ ਗੁੱਸੇ ਹੋਏ, ਮੈਨੂੰ ਨਹੀਂ ਪਤਾ ਲੱਗਾ, ਮੈਂ ਪਈ ਸੀ ਅੰਦਰ। ਅੱਜ ਇਹਨਾਂ ਨੇ ਫਿਰ ਵੀ ਗੱਡੀ ਦੇਤੀ ਉਹਨਾਂ ਨੂੰ ਅੱਜ ਕਰਾ ਕੇ। ਅੱਛਾ, ਤੁਸੀਂ ਅੱਜ ਗੱਡੀ ਕਰਾ ਕੇ ਦਿੱਤੀ ਆ, ਪੁਲਿਸ ਵਾਲੇ ਲੈ ਕੇ ਗਏ ਉੱਥੇ। ਅੱਛਾ ਜੀ, ਫਿਰ ਕੀ ਕਹਿੰਦੇ ਨੇ ਵਾਪਸ ਆ ਕੇ? ਕਹਿੰਦੇ ਜੀ ਹੈ ਨਹੀਂ, ਉੱਥੇ ਪਿੰਡ ਵਾਲਿਆਂ ਨੇ ਦੱਸਿਆ ਬਈ ਸਵੇਰੇ ਗਏ ਆ। ਇਹਦਾ ਮਤਲਬ ਇਹਨਾਂ ਨੇ ਫੋਨ ਕੀਤਾ, ਜਾਂਦਿਆਂ ਨੂੰ ਉਹ ਪਾਸੇ ਹੋ ਗਏ। ਪਿੰਡ ਵਾਲਿਆਂ ਨੇ ਇਹ ਗੱਲ ਦੱਸੀ ਆ ਵੀ ਸਵੇਰੇ ਗਏ ਇੱਥੋਂ, ਤੇ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਨੇ ਫੋਨ ਕਰਤਾ ਇੱਥੋਂ ਤੁਰਨ ਲੱਗਿਆ ਨੇ, ਜਾਂਦਿਆਂ ਨੂੰ ਉਹ ਪਾਸੇ ਹੋ ਗਏ। ਤੇ ਮਾਤਾ ਜੀ ਕੀ ਮੰਗ ਕਰਦੇ ਹੋ ਹੁਣ ਤੁਸੀਂ? ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਪਹਿਲਾਂ ਉਹਨੂੰ ਅਸੀਂ ਛੱਡਿਆ ਸੀ, ਸਭ ਕੁਝ ਕਹਿਤਾ ਸੀ, ਪਰ ਅੱਜ ਮੈਂ ਇਹ ਇਨਸਾਫ ਮੈਨੇ ਵੀ ਮੇਰੇ ਪੁੱਤ ਦੀ ਸ਼ਾਂਤੀ ਮਿਲੇ ਉਹਨੂੰ, ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਸਜ਼ਾ ਦਿਵਾਉਣੀ ਅਸੀਂ, ਕਿਉਂਕਿ ਹੁਣ ਤਾਂ ਕੁਝ ਗਵਾਉਣ ਨੂੰ ਰਹਿ ਹੀ ਨਹੀਂ ਗਿਆ। ਸਾਡਾ ਤਾਂ ਸਾਰਾ ਕੁਝ ਗਵਾਚ ਗਿਆ, ਉਹਨੇ ਗਵਾਤਾ ਸਾਡਾ ਸਾਰਾ ਕੁਝ। ਪਰ ਅੱਜ ਇਹੀ ਇਨਸਾਫ ਦੀ ਮੰਗ ਕਰ ਰਹੀ ਹਾਂ ਵੀ ਮੈਂ ਤਾਂ ਜੇਲ੍ਹ ਦੇ ਅੰਦਰ ਉਹਨਾਂ ਨੂੰ ਸੜਨਾ ਦੇਖਦੀ ਹਾਂ। ਬਸ ਕੀ ਚਾਹੁੰਦੇ ਹੋ, ਕੀ ਸਜ਼ਾ ਮਿਲੇ ਉਹਨਾਂ ਨੂੰ? ਕੋਈ ਵੀ ਸਜ਼ਾ ਮੈਂ ਤਾਂ ਕਹਿੰਦਾ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਕਿਤੇ ਨਾ ਕਿਤੇ ਇੱਕ ਨਹੀਂ, ਉਹਨੇ 3 ਮੌਤਾਂ ਕੀਤੀਆਂ ਨੇ। ਤੁਹਾਡਾ ਬੁਢਾਪੇ ਦਾ ਸਹਾਰਾ, ਠੀਕ ਹੈ, ਇੱਕ ਆਪਣੀ ਪਤਨੀ ਨੂੰ, ਇੱਕ ਮਾਤਾ ਦੇ ਰਿਸ਼ਤੇ ਨੂੰ ਵੀ ਕਲੰਕਿਤ ਕੀਤਾ, ਔਰਤ ਦੇ ਰਿਸ਼ਤੇ ਨੂੰ ਵੀ ਕਲੰਕਿਤ ਕੀਤਾ। ਵਕਾਲਤ ਜਿਹੜਾ ਕਿ ਮਾਨਯੋਗ ਇੱਕ ਅਹੁਦਾ ਹੈਗਾ, ਕਿਉਂਕਿ ਜਦੋਂ ਵੀ ਆਪਣੇ ਨਾਲ ਕੋਈ ਇੱਦਾਂ ਦਾ ਗੁਨਾਹ ਹੁੰਦਾ, ਕੋਈ ਧੱਕਾ ਹੁੰਦਾ, ਆਪਾਂ ਜਾਂ ਤਾਂ ਪੁਲਿਸ ਨੂੰ ਦੇਖਦੇ ਹਾਂ ਕਿ ਪੁਲਿਸ ਕੋਲ ਜਾਈਏ, ਜਾਂ ਆਪਾਂ ਦੇਖਦੇ ਹਾਂ ਵੀ ਵਕੀਲ ਸਾਹਿਬ ਕੋਲ ਜਾਈਏ, ਉੱਥੇ ਹੀ ਆਪਾਂ ਨੂੰ ਆਸ ਹੁੰਦੀ ਆ ਵੀ ਇਨਸਾਫ ਮਿਲੂਗਾ। ਜੇਕਰ ਉਹ ਕਾਲਾ ਕੋਟ ਪਾਉਣ ਵਾਲੇ ਇੱਕ ਵਕੀਲ ਦੇ ਪੇਸ਼ੇ ਨੂੰ ਹੀ ਬਦਨਾਮ ਕਰ ਗਈ, ਉਹਦੇ ਲਈ ਇੱਕ ਮੈਂ ਕਹਿੰਦਾ ਮੌਤ ਦੀ ਸਜ਼ਾ ਵੀ ਘੱਟ ਹੋਵੇਗੀ ਇੱਥੇ। ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਬਸ ਮੈਨੂੰ ਤਾਂ ਵਕੀਲ ਸਾਹਿਬ ਤੇ ਉਮੀਦ ਹੈ ਵੀ ਇਹ ਸਾਡੇ ਨਾਲ ਜ਼ਰੂਰ ਇਨਸਾਫ ਕਰਾਉਣਗੇ। ਬਸ ਉਹ ਬਹੁਤ ਵਿਸ਼ਵਾਸ ਦਿਵਾ ਕੇ ਗਏ ਆ, ਮੈਂ ਉਹਨਾਂ ਦੀਆਂ ਵੀਡੀਓ ਵੀ ਦੇਖੀਆਂ, ਇਸੇ ਕਰਕੇ ਮੈਨੂੰ ਉਹਨਾਂ 'ਤੇ ਬਿਲਕੁਲ ਵਿਸ਼ਵਾਸ ਹੈ ਵੀ ਸਾਡੇ ਗਰੀਬਾਂ ਦੀ ਉਹੀ ਸੁਣਨਗੇ, ਸਭ ਕੁਝ ਕਰਨਗੇ। ਸਾਡੇ ਪੱਲੇ ਕੁਛ ਨਹੀਂ ਰਿਹਾ, ਬੇਟਾ ਹੀ ਚਲਿਆ ਗਿਆ, ਸਾਡੇ ਪੱਲੇ ਕੀ ਆ? ਗਰੀਬ ਆਦਮੀ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸੋ ਦੋਸਤੋ, ਇਹ ਸੀ ਉਹ ਪੀੜਤ ਪਰਿਵਾਰ ਜਿਨ੍ਹਾਂ ਦੇ ਦੁੱਖ ਨੂੰ
ਆਪਾਂ ਸਮਝ ਤਾਂ ਕਿਸੇ ਜਿਹਦਾ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਹਨਾਂ ਦੇ ਪੁੱਤ ਦੀ ਮੌਤ ਦਾ ਜੋ ਕਾਰਨ ਹੈ ਇਹਨਾਂ ਦੀ ਉਹ ਉਸ ਨੂੰ ਸਖਤ ਤੋਂ ਸਖਤ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੇ। ਅਤੇ ਐਡਵੋਕੇਟ ਸੁਨੀਲ ਮੱਲਨ ਜੀ ਇਸ ਕੇਸ ਨੂੰ ਦੇਖ ਰਹੇ ਨੇ। ਕਾਨੂੰਨੀ ਪ੍ਰਕਿਰਿਆ ਹਾਲਾਂਕਿ ਲੰਮੀ ਹੁੰਦੀ ਹੈ, ਫਿਰ ਵੀ ਜਿਵੇਂ ਕਿ ਹੁਣ ਲੋਕਾਂ ਦੇ ਵਿੱਚ ਵੀ ਮੰਗ ਉੱਠ ਰਹੀ ਹੈ ਕਿ ਜੋ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ ਉਹਨਾਂ ਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਜਲਦ ਤੋਂ ਜਲਦ ਉਹਨਾਂ ਦੀ ਸੁਣਵਾਈ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਸੋ ਇਸ ਵੇਲੇ ਮੈਨੂੰ ਇੱਥੇ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਮੇਰੇ ਨਾਲ ਸੀ ਜਤਿੰਦਰ ਸਿੰਘ ਦਾ ਪਰਿਵਾਰ। ਜਿਵੇਂ ਕੋਈ ਹੋਰ ਅਪਡੇਟ ਸਾਹਮਣੇ ਆਉਂਦਾ ਹੈ, ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ, ਕੁਝ ਵੀ ਹੁੰਦਾ ਇਸ ਕੇਸ ਦੇ ਵਿੱਚ, ਉਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਸੋ ਮਿਲਦੇ ਹਾਂ ਜਲਦ। ਥੈਂਕ ਯੂ, ਧੰਨਵਾਦ।